ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਨਿਤਾ ਪ੍ਰਤੀ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਪਾਵਨ ਸਥਾਨ ਤੋਂ ਸਰਵਣ ਕਰਦੀਆਂ ਹੋ ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਗੁਰੂ ਬਾਬਾ ਜੀ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਪਾਵਨ ਬਾਣੀ ਔਰ ਆਪਣੇ ਸ਼ਬਦ ਦੀ ਵਿਚਾਰ ਸਤਿਗੁਰੂ ਜੀ ਆਪ ਕਰਵਾ ਲੈਣ। ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦੇ ਹਾਂ। ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਤੀਜਾ। ਹੋ ਵਾਰੀ ਜਿਉ ਵਾਰੀ, ਹਰ ਕੈ ਨਾਏ ਸੋਭਾ ਪਾਵਣਿਆ। ਸਤਿਗੁਰ ਸੇਵ ਸੱਚ ਚਿਤ ਲਾਇਆ। ਗੁਰਮਤੀ ਸਹਿਜ ਸਮਾਵਣਿਆ। ਰਹਾਉ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਕੀ ਰਸਨਾ ਤੋਂ ਉਚਾਰਨ ਕੀਤੇ ਹੋਏ ਮਾਝ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 111 और 12 ਦੇ ਉੱਪਰ ਸੁਭਾਇਮਾਨ ਹੈ। ਅੱਜ ਦੇ ਇਹਨਾਂ ਪਾਵਨ ਸ਼ਬਦਾਂ ਦੇ ਰਾਹੀਂ, ਪਾਵਨ ਬਚਨਾਂ ਦੇ ਰਾਹੀਂ ਜੋ ਸਤਿਗੁਰੂ ਜੀ ਗੁਰੂ ਬਾਬਾ ਜੀ ਉਪਦੇਸ਼ ਸਾਨੂੰ ਦੇ ਰਹੇ ਨੇ, ਉਹਦੇ ਵਿੱਚ ਸਭ ਤੋਂ ਪਹਿਲਾਂ ਸਤਿਗੁਰੂ ਜੀ ਨੇ ਰੱਬ ਜੀ ਕੇ ਨਾਮ ਨੂੰ ਜਪਣ ਵਾਲਿਆਂ ਦੀ ਬਾਤ ਕੀਤੀ, ਜਾਂ ਇਸ ਤਰ੍ਹਾਂ ਕਹਿ ਲਈਏ ਵੀ ਅਕਾਲ ਪੁਰਖ ਪਰਮੇਸ਼ਵਰ ਦਾ ਨਾਮ ਹੈ ਜਿਹੜਾ ਜੀਵ ਨੂੰ ਸ਼ੋਭਾ ਵਾਲਾ ਔਰ ਵਡਿਆਈ ਵਾਲਾ ਬਣਾਉਂਦਾ ਹੈ। ਰੱਬ ਜੀ ਦੇ ਨਾਮ ਤੋਂ ਭਾਵ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਹੁਕਮ ਦੇ ਅੰਦਰ ਉਹਦੀ ਰਜ਼ਾ ਦੇ ਵਿੱਚ ਚੱਲਣਾ। ਔਰ ਜਿਸ ਵਕਤ ਜੀਵ ਅਕਾਲ ਪੁਰਖ ਪਰਮੇਸ਼ਵਰ ਜੀ ਕੇ ਹੁਕਮ ਦੇ ਅੰਦਰ ਉਹਦੀ ਰਜ਼ਾ ਦੇ ਵਿੱਚ ਚੱਲਦਾ ਹੈ, ਅਕਸਰ ਜੀਵ ਵਡਿਆਈ ਵਾਲਾ ਤੇ ਸ਼ੋਭਾ ਦਾ ਪਾਤਰ ਜਿਹੜਾ ਉਹ ਬਣ ਜਾਂਦਾ ਹੈ।
ਗੁਰੂ ਸਾਹਿਬ ਜੀ ਨੇ ਬੜੇ ਪਿਆਰੇ ਬੋਲ ਬਖਸ਼ਿਸ਼ ਕੀਤੇ ਰਹਾਉ ਦੀ ਪੰਕਤੀ ਵਿੱਚ। ਸਭ ਤੋਂ ਪਹਿਲਾਂ ਆਖਿਆ, ਕਹਿੰਦੇ ਹਉ ਵਾਰੀ ਜੀਉ ਵਾਰੀ, ਮੈਂ ਉਹਨਾਂ ਤੋਂ ਕੁਰਬਾਨ ਜਾਨਾ ਹਾਂ, ਉਹਨਾਂ ਤੋਂ ਵਾਰਨੇ ਜਾਨਾ ਹਾਂ। ਹਰ ਕੈ ਨਾਏ ਸ਼ੋਭਾ ਪਾਵਣਿਆ, ਜਿਹੜੇ ਰੱਬ ਦੇ ਨਾਮ ਸਦਕਾ ਸ਼ੋਭਾ ਵਾਲੇ ਵਡਿਆਈ ਵਾਲੇ ਬਣ ਗਏ, ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਨਾ। ਮਤਲਬ ਰੱਬ ਦਾ ਨਾਮ ਜਿਹੜਾ ਉਹ ਜੀਵ ਨੂੰ ਵਡਿਆਈ ਦਾ ਪਾਤਰ ਬਣਾ ਦਿੰਦਾ ਹੈ। ਜਿਹਨੂੰ ਆਪਾਂ ਜਦੋਂ ਸਤਿਗੁਰੂ ਜੀ ਕੀ ਪਾਵਨ ਬਾਣੀ ਪੜ੍ਹਦੇ ਹਾਂ ਤੇ ਗੁਰੂ ਪਾਤਸ਼ਾਹ ਜ਼ਿਕਰ ਕਰਦੇ ਹਾਂ, ਕਹਿੰਦੇ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੈ ਸਭ ਕੋਈ, ਗੁਰ ਪੂਰੇ ਕੀ ਵਡਿਆਈ ਤਾਕੀ ਕੀਮਤ ਕਹੀ ਨਾ ਜਾਈ। ਹੁਣ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਤੇ ਮਾਲਕ ਜੀ ਕਹਿ ਰਹੇ ਵੀ ਹਉ ਵਾਰੀ ਜੀਉ ਵਾਰੀ, ਹਰ ਕੈ ਨਾਏ, ਰੱਬ ਜੀ ਦੇ ਨਾਮ ਵਿੱਚ ਸ਼ੋਭਾ ਪਾਵਣਿਆ, ਰੱਬ ਜੀ ਦੇ ਨਾਮ ਦੇ ਸਦਕਾ ਜਿਹੜੇ ਸ਼ੋਭਾ ਵਾਲੇ ਬਣ ਗਏ, ਵਡਿਆਈ ਵਾਲੇ ਬਣ ਗਏ। ਸਤਿਗੁਰੂ ਜੀ ਨੇ ਜਿੱਥੇ ਇਹ ਜ਼ਿਕਰ ਕੀਤਾ ਉੱਥੇ ਨਾਲ ਕਹਿ ਰਹੇ ਸਤਿਗੁਰ ਸੇਵ। ਸਤਿਗੁਰ ਸੇਵਦਿਆਂ ਹੋਇਆਂ ਸੱਚ ਚਿੱਤ ਲਾਇਆ, ਜਿਨ੍ਹਾਂ ਨੇ ਆਪਣਾ ਚਿੱਤ ਸੱਚ ਨਾਲ ਜੋੜ ਲਿਆ, ਗੁਰਮਤੀ ਸਹਿਜ ਸਮਾਵਣਿਆਂ, ਤੇ ਗੁਰੂ ਦੀ ਮੱਤ ਲੈ ਕੇ ਸਹਿਜ ਅਵਸਥਾ ਦੇ ਵਿੱਚ ਜਿਹੜੇ ਸਮਾ ਗਏ, ਮਤਲਬ ਅਡੋਲ ਅਵਸਥਾ ਦੇ ਵਿੱਚ ਜਿਹੜੇ ਟਿਕ ਗਏ। ਪਹਿਲੋਂ ਰੱਬ ਜੀ ਦੇ ਨਾਮ ਦੀ ਬਾਤ ਕੀਤੀ, ਫਿਰ ਸਤਿਗੁਰੂ ਸੇਵਨ ਦੀ ਬਾਤ ਕੀਤੀ, ਗੁਰੂ ਚੇਤੇ ਕਰਨ ਦੀ ਬਾਤ ਕੀਤੀ, ਗੁਰੂ ਦੀ ਸੇਵਾ ਦੀ ਬਾਤ ਕੀਤੀ। ਗੁਰੂ ਦੀ ਸੇਵਾ ਦੇ ਨਾਲ ਫਿਰ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਆਪਣਾ ਚਿੱਤ ਸੱਚ ਨਾਲ ਜੋੜ ਲਿਆ, ਸੱਚ ਨਾਲ ਚਿੱਤ ਲਾ ਲਿਆ, ਔਰ ਗੁਰੂ ਦੀ ਮੱਤ ਧਾਰਨ ਕਰਕੇ ਸਹਿਜ ਅਵਸਥਾ ਦੇ ਜਿਹੜੇ ਪਾਤਰ ਬਣ ਗਏ। ਹੁਣ ਇਹਦੇ ਵਿੱਚ ਕਈ ਚੀਜ਼ਾਂ ਦਾ ਜ਼ਿਕਰ ਗੁਰੂ ਸਾਹਿਬ ਕਰ ਰਹੇ। ਪਹਿਲਾਂ ਤੇ ਰੱਬ ਦੇ ਨਾਮ ਦਾ ਜ਼ਿਕਰ ਕੀਤਾ, ਔਰ ਜਦੋਂ ਆਪਾਂ ਸਤਿਗੁਰੂ ਜੀ ਕੀ ਪਾਵਨ ਬਾਣੀ ਪੜ੍ਹਦੇ ਹਾਂ ਨਾ, ਮਾਲਕ ਜੀ ਸਾਨੂੰ ਬਾਰ-ਬਾਰ ਰੱਬੀ ਨਾਮ ਦੇ ਨਾਲ ਜੁੜਨ ਵਾਸਤੇ, ਬਾਰ-ਬਾਰ ਰੱਬ ਦਾ ਨਾਮ ਜਪਣ ਵਾਸਤੇ ਸਤਿਗੁਰੂ ਪ੍ਰੇਰਨਾ ਦਿੰਦੇ, ਪ੍ਰੇਰਿਤ ਕਰਦੇ। ਕਦੇ ਮਾਲਕ ਪਾਤਸ਼ਾਹ ਜੀ ਰੱਬ ਦੇ ਨਾਮ ਨੂੰ ਜਪਣ ਵਾਸਤੇ ਆਖਦਿਆਂ ਕਹਿੰਦੇ ਵੀ ਭਾਈ ਜੇ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਨਾਮ ਨੂੰ ਜਪਾਂਗੇ, ਉਹਦੀ ਆਰਾਧਨਾ ਕਰਾਂਗੇ, ਤੇ ਉਹਦੀ ਆਰਾਧਨਾ ਕਰਦਿਆਂ ਹੋਇਆਂ ਜੀਵ ਜਿਹੜਾ ਉਹ ਹਰ ਤਰ੍ਹਾਂ ਦੇ ਦੁੱਖਾਂ ਤੋਂ, ਹਰ ਤਰ੍ਹਾਂ ਦੇ ਕਲੇਸ਼ਾਂ ਤੋਂ, ਹਰ ਤਰ੍ਹਾਂ ਦੀ ਚਿੰਤਾ ਤੋਂ, ਹਰ ਤਰ੍ਹਾਂ ਦੀ ਕੋਈ ਵੀ ਜਿਹੜੀ ਮੁਸ਼ਕਲ ਝੋਰਾ ਸੰਸਾਖ ਹੈ, ਜੀਵ ਇਹਨਾਂ ਤੋਂ ਮੁਕਤ ਹੋ ਜਾਂਦਾ ਹੈ। ਫਿਰ ਸਤਿਗੁਰੂ ਜੀ ਨਾਲ ਕਹਿੰਦੇ ਵੀ ਰੱਬ ਜੀ ਦਾ ਸਿਮਰਨ ਕਰਨ ਦੇ ਨਾਲ, ਰੱਬ ਜੀ ਦੀ ਬੰਦਗੀ ਕਰਨ ਦੇ ਨਾਲ ਜੀਵ ਜੰਮਣ ਔਰ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ। ਰੱਬ ਜੀ ਦੀ ਬੰਦਗੀ ਕਰਨ ਦੇ ਨਾਲ ਜੀਵ ਜਿਹੜਾ ਹੈ ਉਹਦੀ ਜ਼ਿੰਦਗੀ ਦੇ ਵਿੱਚੋਂ ਜਮਾਂ ਦਾ ਡਰ ਤੱਕ, ਮੌਤ ਦਾ ਡਰ ਤੱਕ ਮੁੱਕ ਜਾਂਦਾ ਹੈ, ਔਰ ਅਕਾਲ ਪੁਰਖ ਪਰਮੇਸ਼ਵਰ ਦੀ ਬੰਦਗੀ ਕਰਨ ਵਾਲਾ ਜੀਵ ਜਿਹੜਾ ਹੈ ਉਹਦੇ ਜੀਵਨ ਦੇ ਅੰਦਰ ਸਦੀਵ ਵਾਸਤੇ ਸੁੱਖ ਜਿਹੜਾ ਉਹ ਆ ਵਸਦਾ, ਸਦੀਵ ਉਹਦਾ ਜੀਵਨ ਜਿਹੜਾ ਉਹ ਪ੍ਰਸ਼ੰਸਾ ਭਰਿਆ, ਵਡਿਆਈ ਭਰਿਆ ਬਣ ਜਾਂਦਾ ਹੈ। ਆਪਾਂ ਜਦੋਂ ਮਾਲਕ ਜੀ ਕੀ ਬਾਣੀ ਪੜ੍ਹੀ ਤੇ ਸਾਹਿਬ ਕਹਿੰਦੇ ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਕਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ, ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਆਨੰਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ। ਇਸ ਤਰੀਕੇ ਨਾਲ ਗੁਰੂ ਸਾਹਿਬ ਜੀ ਰੱਬ ਜੀ ਦੇ ਸਿਮਰਨ ਦੀ ਬਾਤ ਕਰਦੇ। ਜਦੋਂ ਅਸੀਂ ਅਕਾਲ ਪੁਰਖ ਪਰਮੇਸ਼ਵਰ ਜੀ ਕੇ ਨਾਮ ਦੀ ਆਰਾਧਨਾ ਕਰਦੇ ਹਾਂ, ਚੇਤਾ ਰੱਖੋ ਅਕਾਲ ਪੁਰਖ ਪਾਤਸ਼ਾਹ ਜੀ ਦੀ, ਪਰਮੇਸ਼ਵਰ ਜੀ ਦੀ ਹੋਂਦ ਔਰ ਉਹਦਾ ਚਿੰਤਨ, ਇਹ ਦੋਵੇਂ ਚੀਜ਼ਾਂ ਸਾਡੀ ਜ਼ਿੰਦਗੀ ਦਾ ਆਧਾਰ ਨੇ। ਜੇ ਅਕਾਲ ਪੁਰਖ ਪਰਮੇਸ਼ਵਰ ਦੀ ਹੋਂਦ ਨਾ ਹੋਵੇ ਤੇ ਸਾਡਾ ਜੀਵਨ ਅਸੰਭਵ ਹੈ। ਜੇ ਅੱਜ ਸਾਡਾ ਜੀਵਨ ਸਾਡੇ ਕੋਲ, ਸਾਡੇ ਜੀਵਨ ਦੀ ਪੋਸੀਬਿਲਿਟੀ ਹੈ, ਸਾਡਾ ਜੀਵਨ ਅੱਜ ਅਸੀਂ ਜਿਉਂ ਰਹੇ ਹਾਂ, ਅਸੀਂ ਜੀਵਨ ਆਪਣਾ, ਜ਼ਿੰਦਗੀ ਆਪਣੀ ਬਸਰ ਕਰ ਰਹੇ ਹਾਂ, ਬਤੀਤ ਕਰ ਰਹੇ ਹਾਂ, ਇਹ ਸਾਡਾ ਉਹ ਗੁਜ਼ਰ ਰਿਹਾ ਜੀਵਨ ਜਾਂ ਸਾਡੇ ਚੱਲ ਰਹੇ ਸਵਾਸ,
इस गल का प्रतीक ने कि अकाल पुरख परमेश्वर जिहड़ा उस संसार उत्ते है, समाज उत्ते है, उहदी होंद बरकरार है इस संसार उत्ते। और जे असीं उहदी अणहोंद का जिक्र करांगे ते ख्याल करिए जिस दिन उहदी अणहोंद होएगी उस दिन समाज उत्ते जीवन संभव नहीं होएगा। उस दिन समाज उत्ते जीवन जिहड़ा है ਉਹਦੀ ਪੋਸੀਬਿਲਟੀ ਨਹੀਂ ਹੋਏਗੀ। ਉਸ ਦਿਨ ਸਮਾਜ ਉੱਪਰ ਜੀਵਨ ਇੰਪੋਸੀਬਲ ਬਣ ਜਾਏਗਾ। ਉਸ ਦਿਨ ਕੋਈ ਵੀ ਜੀਵਨ ਜਿਹੜਾ ਨਾ ਕਿਸੇ ਮਨੁੱਖ ਦਾ ਔਰ ਨਾ ਹੀ ਕਿਸੇ ਜਾਨਵਰ ਦਾ, ਕਿਸੇ ਵੀ ਜੀਵ ਦਾ ਫਿਰ ਇੱਥੇ ਜੀਵਨ ਸੰਭਵ ਨਹੀਂ। ਜਿੱਥੇ ਅਸੀਂ ਅਕਾਲ ਪੁਰਖ ਜੀ ਕੀ ਹੋਂਦ ਦੀ ਬਾਤ ਕਰਦੇ ਹਾਂ, ਉੱਥੇ ਨਾਲ ਨਾਲ ਫਿਰ ਅਸੀਂ ਉਹਦੇ ਨਾਮ ਦੀ ਗੱਲ ਕਰਦੇ, ਉਹਦੇ ਨਾਮ ਦਾ ਜ਼ਿਕਰ ਕਰਦੇ। ਹੁਣ ਜੇ ਉਹਦਾ ਨਾਮ ਨਾ ਹੋਵੇ ਤੇ ਜੀਵਨ ਫਿਰ ਵੀ ਸੰਭਵ ਨਹੀਂ ਹੈ, ਕਿ ਉਹਦਾ ਨਾਮ, ਉਹਦੀ ਰਜ਼ਾ, ਉਹਦਾ ਹੁਕਮ, ਕੇਵਲ ਉਹਦਾ ਚਿੰਤਨ ਉਹਦਾ ਨਾਮ ਨਹੀਂ ਹੈ। ਉਹਦੀ ਰਜ਼ਾ ਵਿੱਚ ਚੱਲਣਾ, ਉਹਦੇ ਹੁਕਮ ਵਿੱਚ ਚੱਲਣਾ ਵੀ ਉਹਦੀ ਬੰਦਗੀ ਹੈ, ਉਹਦੀ ਆਰਾਧਨਾ ਹੈ। ਤੇ ਸਮਾਜ ਉੱਤੇ ਇੱਕ ਇਨਸਾਨ ਹੈ ਜਿਹੜਾ ਇਹ ਕਹਿੰਦਾ ਹੈ ਕਿ ਰੱਬ ਜੀ ਦਾ ਸਿਮਰਨ ਕਰਨਾ, ਜਿਹੜਾ ਇਹ ਨਾਮ ਜਪਣਾ ਹੈ, ਇਹ ਨਾਮ ਜਿਹੜਾ ਉਹਨੂੰ ਆਰਾਧਨਾ ਹੈ, ਪਰ ਉਹਦੇ ਹੁਕਮ ਤੋਂ ਭਾਵੇਂ ਆਕੀ ਹੋ ਕੇ ਤੁਰੇ ਫਿਰੋ। ਸਿਰਫ ਇੱਕ ਇਨਸਾਨ ਹੈ। ਬਾਕੀ ਜੀਵ ਜਿਹੜੇ ਨੇ ਉਹ ਰੱਬ ਦੀ ਆਰਾਧਨਾ ਕੇਵਲ ਰੱਬ ਦੇ ਹੁਕਮ ਵਿੱਚ ਚੱਲਦਿਆਂ ਹੋਇਆਂ ਕਰਦੇ ਨੇ। ਜਿਵੇਂ ਪਰਮੇਸ਼ਵਰ ਚਲਾਉਂਦਾ ਹੈ ਉਹ ਉਸੇ ਤਰ੍ਹਾਂ ਉਹਦੀ ਰਜ਼ਾ ਦੇ ਵਿੱਚ ਚੱਲਦੇ ਨੇ। ਉਹਦੀ ਰਜ਼ਾ ਵਿੱਚ ਚੱਲਣ ਤੋਂ ਭਾਵ ਵੀ ਉਹਨਾਂ ਜੀਵਾਂ ਨੇ ਕਦੇ ਰੱਬ ਦੇ ਉੱਤੇ ਕਿੰਤੂ ਨਹੀਂ ਕੀਤਾ, ਜਾਂ ਉਹਨਾਂ ਜੀਵਾਂ ਨੇ ਕਦੇ ਰੱਬ ਦੇ ਹੁਕਮ ਅਦੂਲੀ ਕਰਨ ਦੀ ਕੋਸ਼ਿਸ਼, ਯਤਨ ਨਹੀਂ ਕੀਤਾ। ਸਿਰਫ ਇੱਕ ਇਨਸਾਨ ਹੈ ਜਿਹੜਾ ਰੱਬ ਜੀ ਕੇ ਹੁਕਮ ਦੀ ਅਦੂਲੀ ਵੀ ਕਰਦਾ ਹੈ ਤੇ ਰੱਬ ਜੀ ਦੇ ਅੱਗੇ ਕਈ ਤਰ੍ਹਾਂ ਦੇ ਕਿੰਤੂ ਰੱਖ ਦਿੰਦਾ, ਕਈ ਤਰ੍ਹਾਂ ਦੇ ਸਵਾਲ ਪ੍ਰਸ਼ਨ ਰੱਖ ਕੇ ਰੱਬ ਜੀ ਉੱਤੇ ਵੀ ਇਨਸਾਨ ਸਵਾਲ ਖੜੇ ਕਰ ਦਿੰਦਾ। ਇੱਕ ਸਿਰਫ ਮਨੁੱਖ, ਔਰ ਉਹਦੇ ਨਾਮ ਨੂੰ ਜਪਣਾ ਮਤਲਬ ਉਹਦੇ ਹੁਕਮ ਵਿੱਚ ਚੱਲਣਾ, ਉਹਦੀ ਆਰਾਧਨਾ ਕਰਨੀ, ਉਹਦਾ ਚਿੰਤਨ ਕਰਨਾ। ਫਿਰ ਜਿਨ੍ਹਾਂ ਨੇ ਉਹਦੀ ਆਰਾਧਨਾ ਕੀਤੀ, ਜਿਨ੍ਹਾਂ ਨੇ ਉਹਨੂੰ ਚੇਤੇ ਕੀਤਾ, ਸਤਿਗੁਰੂ ਜੀ ਆਖਦੇ ਉਹ ਸ਼ੋਭਾ ਦੇ ਪਾਤਰ, ਵਡਿਆਈ ਦੇ ਪਾਤਰ ਬਣ ਜਾਂਦੇ ਨੇ, ਕਿਉਂਕਿ ਉਹਨਾਂ ਨੇ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਨੂੰ ਆਰਾਧਦਿਆਂ ਉਹਦੇ ਹੁਕਮ ਦੇ ਵਿੱਚ ਚੱਲਣਾ ਸਿੱਖ ਲਿਆ। ਤੇ ਜਿਹੜਾ ਰੱਬੀ ਰਜ਼ਾ ਦੇ ਵਿੱਚ ਚੱਲਣਾ ਸਿੱਖ ਲੈਂਦਾ ਹੈ, ਰੱਬ ਜੀ ਆਪ ਉਹਨੂੰ ਵਡਿਆਉਂਦੇ, ਆਪ ਉਹਦੀ ਝੋਲੀ ਅੰਦਰ ਬਖਸ਼ਿਸ਼ਾਂ ਤੇ ਵਡਿਆਈ ਪਾਉਂਦੇ ਨੇ। ਫਿਰ ਉਹ ਭਾਵੇਂ ਕਿਸੇ ਤਰ੍ਹਾਂ ਦੀ ਰਜ਼ਾ ਹੋਵੇ, ਫਿਰ ਉਹ ਭਾਵੇਂ ਕਿਸੇ ਤਰ੍ਹਾਂ ਦਾ ਹੁਕਮ ਹੋਵੇ, ਰੱਬੀ ਪਿਆਰਿਆਂ ਨੇ ਉਹਦੇ ਹਰ ਹੁਕਮ ਨੂੰ ਸਿਰ ਮੱਥੇ ਕਰਕੇ ਜਾਣੇ। ਔਰ ਚੇਤਾ ਰੱਖੋ, ਜਦੋਂ ਵੀ ਕੋਈ ਦਲੀਲ ਹੁੰਦੀ ਹੈ ਜਾਂ ਜਦੋਂ ਵੀ ਕੋਈ ਦਲੀਲ ਦਿੱਤੀ ਜਾਂਦੀ ਹੈ ਜਾਂ ਉਦਾਹਰਣ ਦਿੱਤੀ ਜਾਂਦੀ ਹੈ, ਤੇ ਉਹਦਾ ਇੱਕ ਪੱਖ ਵੇਖਿਆ ਜਾਂਦਾ, ਦੋਵੇਂ ਨਹੀਂ। ਉਦਾਹਰਣ ਸਮਝਣ ਲਈ ਹੁੰਦੀ ਹੈ, ਕਟਾਕਸ਼ ਲਈ ਨਹੀਂ। ਕਿਉਂਕਿ ਜਦੋਂ ਅਸੀਂ ਉਹਦੇ ਤੇ ਕਿੰਤੂ ਕਰਾਂਗੇ ਤੇ ਹਮੇਸ਼ਾ ਉਹਦਾ ਦੂਜਾ ਪਹਿਲੂ ਜਿਹੜਾ ਉਹ ਕਿੰਤੂ ਦੇ ਰੂਪ ਵਿੱਚ ਖੜਾ ਹੋ ਜਾਂਦਾ ਹੈ, ਤੇ ਉਦਾਹਰਣ ਸਿਰਫ ਇੱਕ ਪੱਖ ਤੋਂ ਵੇਖੀ ਜਾਂਦੀ। ਔਰ ਚੇਤਾ ਰੱਖੀਏ, ਜੇ ਅਸੀਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਜੀਵਨ ਦੀ ਬਾਤ ਕਰੀਏ ਤੇ ਮਾਲਕ ਗੁਰੂ ਅਰਜਨ ਸਾਹਿਬ ਜੀ ਤਤੀ ਤਵੀ ਉੱਤੇ ਬੈਠ ਕੇ ਉਸ ਪਰਮੇਸ਼ਵਰ ਦੀ ਰਜ਼ਾ ਦੇ ਅੰਦਰ ਚੱਲਣ ਦੀ ਬਾਤ ਕਰਦੇ, ਰੱਬ ਜੀ ਦੀ ਰਜ਼ਾ ਵਿੱਚ ਚੱਲ ਕੇ ਸਾਨੂੰ ਵੀ ਵਿਖਾਉਂਦੇ। ਪਰ ਇੱਥੇ ਜੇ ਹੁਣ ਆਪਾਂ ਕਿੰਤੂ ਕਰ ਦਈਏ, ਉਦੋਂ ਪਰਮੇਸ਼ਵਰ ਕਿੱਥੇ ਸਨ? ਵੀ ਜਦੋਂ ਗੁਰੂ ਅਰਜਨ ਸਾਹਿਬ ਤਤੀ ਤਵੀ ਤੇ ਬੈਠੇ, ਉਦੋਂ ਆ ਕੇ ਪਰਮੇਸ਼ਵਰ ਨੇ ਉਹਨਾਂ ਦੀ ਰਾਖੀ ਜਾਂ ਰਖਵਾਲੀ ਕਿਉਂ ਨਹੀਂ ਕੀਤੀ? ਜੇ ਅਸੀਂ ਇਸ ਚੀਜ਼ ਉੱਤੇ ਕਿੰਤੂ ਕਰੀਏ ਤੇ ਫਿਰ ਉਸ ਵਕਤ ਇਹ ਸਵਾਲ ਸਾਡੇ ਸਾਹਮਣੇ ਆ ਜਾਂਦਾ ਵੀ ਗੁਰੂ ਅਰਜਨ ਸਾਹਿਬ ਜੀ ਉਦੋਂ ਸਾਨੂੰ ਰੱਬੀ ਰਜ਼ਾ ਦੇ ਵਿੱਚ ਰਾਜੀ ਰਹਿਣ ਲਈ ਸਮਝਾ ਰਹੇ ਵੀ ਜੇ ਰੱਬੀ ਰਜ਼ਾ ਦੇ ਅੰਦਰ ਆ ਕੇ ਆਪਣੇ ਤਨ ਉੱਤੇ ਦੁੱਖ ਤਕਲੀਫ ਵੀ ਹੰਡਾਉਣੀ ਪਏ ਤੇ ਜੀਵ ਨੂੰ ਹੱਸ ਕੇ ਆਪਣੇ ਤਨ ਉੱਤੇ ਦੁੱਖ ਔਰ ਤਕਲੀਫ ਹੰਡਾ ਲੈਣੀ ਚਾਹੀਦੀ ਹੈ। ਔਰ ਉੱਥੇ ਪਾਵਨ ਬਚਨ ਜਦੋਂ ਗੁਰੂ ਸਾਹਿਬ ਵਰਤਦੇ ਤੇ ਮਾਲਕ ਜੀ ਆਖਦੇ, ਤੇਰਾ ਕੀਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਮੈਂ ਤੇ ਉਦੋਂ ਵੀ ਗੁਰੂ ਸਾਹਿਬ ਕਹਿੰਦੇ ਰੱਬੀ ਨਾਮ ਦੀ ਮੰਗ ਕੀਤੀ, ਉਦੋਂ ਵੀ ਰੱਬੀ ਨਾਮ ਰੂਪੀ ਪਦਾਰਥ ਦਾ ਸਤਿਗੁਰੂ ਜੀ ਜ਼ਿਕਰ ਕਰਦਿਆਂ ਹੋਇਆਂ ਆਖਦੇ ਵੀ ਮੈਂ ਤੁਹਾਡੇ ਕੋਲੋਂ ਜਾਚਨਾ ਕਰਦਾ ਹਾਂ, ਤੁਹਾਡੇ ਕੋਲੋਂ ਮੰਗਦਾ ਹਾਂ ਕਿ ਪਰਮੇਸ਼ਵਰ ਜੀਓ ਮੇਰੀ ਝੋਲੀ ਵਿੱਚ ਆਪਣੇ ਨਾਮ ਦੀ ਵਡਿਆਈ ਪਾਓ। ਖੈਰ ਗੁਰੂ ਸਾਹਿਬ ਜੀ ਨੇ ਆਖਿਆ, ਕਹਿੰਦੇ ਹਾਉ ਵਾਰੀ ਜੀਓ ਵਾਰੀ, ਮੈਂ ਕੁਰਬਾਨ ਹਾਂ ਉਹਨਾਂ ਤੋਂ ਵਾਰਨੇ ਹਾਂ,
ਹਰ ਕੈ ਨਾਏ ਸ਼ੋਭਾ ਪਾਵਣਿਆ। ਜਿਨ੍ਹਾਂ ਜੀਵਾਂ ਨੇ ਰੱਬ ਦੇ ਨਾਮ ਦੇ ਵਿੱਚ ਰਹਿ ਕੇ ਰੱਬ ਜੀ ਦੇ ਨਾਮ ਨੂੰ ਜਪਦਿਆਂ ਹੋਇਆਂ ਉਹਦੀ ਆਰਾਧਨਾ ਕਰਦਿਆਂ ਤੇ ਉਹਦੇ ਹੁਕਮ ਵਿੱਚ ਰਹਿੰਦਿਆਂ ਜਿਨ੍ਹਾਂ ਨੇ ਵਡਿਆਈ ਹਾਸਲ ਕੀਤੀ। ਫਿਰ ਉਦੋਂ ਅੱਗੇ ਕਹਿੰਦੇ ਸਤਿਗੁਰ ਸੇਵ। ਫਿਰ ਗੁਰੂ ਨੂੰ ਸੇਵਨਾ, ਗੁਰੂ ਚੇਤੇ ਕਰਨਾ, ਗੁਰੂ ਦੀ ਸੇਵਾ ਵਿੱਚ ਲੱਗ ਜਾਣਾ। ਹੁਣ ਸੇਵਨ, ਜਦੋਂ ਅਸੀਂ ਸੇਵ ਦਾ ਅਰਥ ਕਰਦੇ ਹਾਂ ਨਾ, ਸੇਵ ਦਾ ਅਰਥ ਗੁਰਬਾਣੀ ਨੇ ਦੋ ਰੂਪਾਂ ਵਿੱਚ ਕੀਤਾ। ਇੱਕ ਤੇ ਸੇਵ ਦਾ ਮਤਲਬ ਸੇਵਨਾ, ਚੇਤੇ ਕਰਨਾ, ਔਰ ਇੱਕ ਸੇਵ ਦਾ ਮਤਲਬ ਸੇਵਾ ਰੂਪ। ਹੁਣ ਗੁਰੂ ਨੂੰ ਅਸੀਂ ਚੇਤੇ ਵੀ ਕਰਨਾ ਤੇ ਗੁਰੂ ਕੀ ਸੇਵਾ ਵੀ ਕਰਨੀ, ਗੁਰੂ ਦਾ ਚਿੰਤਨ ਵੀ ਕਰਨਾ ਤੇ ਗੁਰੂ ਕੀ ਸੇਵਾ ਵਿੱਚ ਵੀ ਜੁਟਣਾ, ਉਹਨਾਂ ਦੀ ਸੇਵਾ ਵਿੱਚ ਵੀ ਲੱਗਣਾ। ਕਹਿੰਦੇ ਜਿਨ੍ਹਾਂ ਨੇ ਗੁਰੂ ਸੇਵਦਿਆਂ ਹੋਇਆਂ, ਗੁਰੂ ਚੇਤੇ ਕਰਦਿਆਂ, ਗੁਰੂ ਕੀ ਸੇਵਾ ਨੂੰ ਕਮਾਉਂਦਿਆਂ ਹੋਇਆਂ ਸੱਚ ਚਿੱਤ ਲਾਇਆ, ਆਪਣਾ ਚਿੱਤ ਸੱਚ ਨਾਲ ਜੋੜ ਲਿਆ। ਹੁਣ ਚਿੱਤ ਦਾ ਸੱਚ ਨਾਲ ਜੁੜਨਾ ਜਾਂ ਚਿੱਤ ਨੂੰ ਸੱਚ ਨਾਲ ਜੋੜ ਲੈਣਾ, ਮਤਲਬ ਇਉਂ ਕਹਿ ਲਓ ਇੱਕ ਤੇ ਅਕਾਲ ਪੁਰਖ ਪਰਮੇਸ਼ਵਰ, ਸੱਚ ਲਫ਼ਜ਼ ਸਤਿਗੁਰੂ ਜੀ ਬਾਣੀ ਦੇ ਅੰਦਰ ਰੱਬ ਜੀ ਵਾਸਤੇ ਵਰਤਦੇ, ਰੱਬ ਜੀ ਵਾਸਤੇ ਸਾਹਿਬ ਨੇ ਵਰਤਿਆ। ਹੁਣ ਸੱਚ ਦੇ ਚੱਚੇ ਨੂੰ ਸਿਹਾਰੀ ਸੱਚ ਦੇ ਵਿੱਚ ਆਪਣਾ ਚਿੱਤ ਲਾ ਲੈਣਾ, ਆਪਣਾ ਚਿੱਤ ਜੋੜ ਲੈਣਾ। ਜਿਨ੍ਹਾਂ ਨੇ ਸੱਚ ਦੇ ਨਾਲ, ਚਾਹੇ ਅਸੀਂ ਪਰਮੇਸ਼ਵਰ ਕਹਿ ਲਈਏ ਜਾਂ ਅਸੀਂ ਦੂਸਰੇ ਸੱਚ ਦੀ ਬਾਤ ਜਿਹਨੂੰ ਅਸੀਂ ਸਦੀਵ ਕਹਿ ਸਕਦੇ ਹਾਂ, ਜਿਨ੍ਹਾਂ ਨੇ ਉਹਦੇ ਨਾਲ ਆਪਣਾ ਚਿੱਤ ਜੋੜ ਲਿਆ, ਆਪਣਾ ਆਪਾ ਉਹਦੇ ਨਾਲ ਜੋੜਿਆ, ਕਹਿੰਦੇ ਉਹ ਜੀਵ ਗੁਰੂ ਦੀ ਮੱਤ ਲੈ ਕੇ ਸਹਿਜ ਦੇ ਅੰਦਰ ਫਿਰ ਸਮਾ ਜਾਂਦੇ। ਗੁਰੂ ਨੂੰ ਸੇਵਿਆ, ਕੀ ਮਿਲਿਆ? ਗੁਰੂ ਦੀ ਮੱਤ ਮਿਲੀ। ਗੁਰੂ ਦੀ ਮੱਤ ਸਦਕਾ ਕੀ ਬਣਿਆ? ਸੱਚ ਨਾਲ ਚਿੱਤ ਜੋੜਿਆ। ਜਿਨ੍ਹਾਂ ਨੇ ਗੁਰੂ ਸੇਵਦਿਆਂ ਹੋਇਆਂ ਗੁਰੂ ਦੀ ਮੱਤ ਨੂੰ ਧਾਰਨ ਕਰ ਲਿਆ ਜਾਂ ਗੁਰਮਤ ਦੇ ਧਾਰਨੀ ਬਣ ਗਏ, ਉਹਨਾਂ ਜੀਵਾਂ ਨੇ ਗੁਰੂ ਦੀ ਮੱਤ ਸਦਕਾ ਆਪਣਾ ਚਿੱਤ ਪਰਮੇਸ਼ਵਰ ਦੇ ਨਾਲ ਰੱਬੀ ਚਰਨਾਂ ਵਿੱਚ ਜੋੜਿਆ, ਰੱਬੀ ਚਿੰਤਨ ਵਿੱਚ ਜੋੜਿਆ। ਤੇ ਜਿਨ੍ਹਾਂ ਦਾ ਚਿੱਤ ਰੱਬੀ ਚਿੰਤਨ ਵਿੱਚ ਜੁੜ ਗਿਆ, ਸਤਿਗੁਰੂ ਕਹਿੰਦੇ ਉਹ ਜੀਵ ਸਹਿਜ ਅਵਸਥਾ ਦੇ ਪਾਤਰ ਬਣ ਜਾਂਦੇ। ਸਹਿਜ ਅਵਸਥਾ ਤੋਂ ਭਾਵ ਅਡੋਲ ਟਿਕ ਜਾਣਾ, ਜਿੱਥੇ ਆ ਕੇ ਜੀਵਨ ਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਵੀ ਡਰ, ਭਉ ਜਾਂ ਖੌਫ ਨਹੀਂ ਰਹਿ ਜਾਂਦਾ। ਜਿੱਥੇ ਆ ਕੇ ਜੀਵਨ ਇੱਕੋ ਰੌ ਵਿੱਚ ਚੱਲਦਾ, ਸਹਿਜ ਵਿੱਚ ਚੱਲਦਾ, ਨਾ ਕਦੇ ਜ਼ਿੰਦਗੀ ਦੇ ਅੰਦਰ ਮਤਲਬ ਮਨ ਦੀ ਅਵਸਥਾ ਦੇ ਵਿੱਚ ਕਦੇ ਉਤਰਾ ਤੇ ਕਦੇ ਚੜਾ ਨਹੀਂ ਆਇਆ। ਜੀਵਨ ਅੰਦਰ ਉਤਰਾ ਔਰ ਚੜਾ ਆਉਣੇ ਇਹ ਇੱਕ ਰੱਬੀ ਨਿਯਮ ਹੈ। ਪਰ ਜਦੋਂ ਜੀਵ ਸਹਿਜ ਅਵਸਥਾ ਦਾ ਪਾਤਰ ਬਣ ਜਾਂਦਾ ਹੈ, ਫਿਰ ਜ਼ਿੰਦਗੀ ਦੇ ਉਤਰਾਅ ਔਰ ਚੜਾ ਜਿਹੜੇ ਨੇ ਉਹ ਕਦੇ ਮਨ ਨੂੰ ਕਦੇ ਵੀ ਡੁਲਾ ਨਹੀਂ ਸਕਦੇ। ਮਨ ਕਦੇ ਫਿਰ ਉਹਨਾਂ ਉਤਰਾਵਾਂ ਔਰ ਚੜਾਵਾਂ ਨੂੰ ਸੋਚਦਿਆਂ ਹੋਇਆਂ ਜਾਂ ਵੇਖਦਿਆਂ ਹੋਇਆਂ ਕਦੇ ਵੀ ਚਿੰਤਾ ਤੁਰ ਨਹੀਂ ਹੁੰਦਾ, ਔਰ ਮਨ ਅਡੋਲ ਜਿਹੜਾ ਉਹ ਟਿਕਿਆ ਰਹਿੰਦਾ ਹੈ। ਅੱਜ ਦੇ ਹਾਲਾਤ ਨੇ, ਸਤਿਗੁਰੂ ਜੀ ਬਾਣੀ 'ਚ ਜ਼ਿਕਰ ਕਰਦਿਆਂ ਕਹਿੰਦੇ ਕਬਹੂ ਜੀਅੜਾ ਊਬ ਚੜ੍ਹਤ ਹੈ ਕਬਹੂ ਜਾਏ ਪਿਆਲੇ। ਅੱਜ ਤੇ ਸਾਡਾ ਜੀਅੜਾ ਜਿਹੜਾ ਹੈ ਨਾ, ਇਹਦੇ ਕੋਲ ਸਥਿਰਤਾ ਨਹੀਂ, ਇਹਦੇ ਕੋਲ ਸਹਿਜ ਅਵਸਥਾ ਨਹੀਂ, ਜਿਸ ਕਰਕੇ ਕਦੇ ਤੇ ਇਹ ਜੀਅੜਾ ਬਹੁਤ ਉੱਚਾ ਚਲੇ ਜਾਂਦਾ ਹੈ, ਮਤਲਬ ਬਹੁਤ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਜਾਂਦਾ ਹੈ। ਤੇ ਕਦੇ ਹਾਲਾਤ ਐਸੇ ਬਣ ਜਾਂਦੇ ਕਿ ਕਬਹੂ ਜਾਏ ਪਿਆਲੇ, ਇਹ ਕਦੇ ਬਿਲਕੁਲ ਨੀਵਾਂ ਹੀ ਹੋ ਜਾਂਦਾ, ਪਾਤਾਲ ਵਿੱਚ ਹੀ ਚਲੇ ਜਾਂਦਾ। ਮਤਲਬ ਕਈ ਵਾਰੀ ਤੇ ਵਿਚਾਰਾਂ ਇਨਸਾਨ ਦੀ ਪੋਜ਼ਿਟਿਵਿਟੀ ਬਹੁਤ ਵੱਡੀ ਬਣ ਜਾਂਦੀ, ਤੇ ਕਈ ਵਾਰੀ ਉਹੀ ਪੋਜ਼ਿਟਿਵਿਟੀ ਜਿਹੜੀ ਹੈ ਉਹ ਨੈਗੇਟਿਵਿਟੀ ਵਿੱਚ ਤਬਦੀਲ ਹੋ ਜਾਂਦੀ। ਕਦੇ ਬਿਲਕੁਲ ਹਾਂ ਪੱਖੀ ਸੋਚਦਾ ਹੈ ਤੇ ਕਦੇ ਬਿਲਕੁਲ ਹੀ ਨਾ ਪੱਖੀ ਹੋ ਕੇ ਸੋਚਦਾ ਹੈ। ਇਹ ਜੇ ਜੀੜੇ ਦਾ ਸਥਿਰ ਨਾ ਹੋਣਾ, ਸਹਿਜ ਅਵਸਥਾ ਵਿੱਚ ਟਿਕੇ ਨਾ ਹੋਣਾ। ਔਰ ਜਦੋਂ ਜੀੜਾ ਸਹਿਜ ਅਵਸਥਾ ਵਿੱਚ ਟਿਕ ਜਾਂਦਾ ਹੈ, ਫਿਰ ਜੀਵਨ ਜਿਹੜਾ ਉਹ ਪੋਜ਼ਿਟਿਵਿਟੀ ਨਾਲ ਭਰ ਜਾਂਦਾ ਹੈ। ਜ਼ਿੰਦਗੀ ਵਿੱਚ ਫਿਰ ਕਦੇ ਇਨਸਾਨ ਨੈਗੇਟਿਵਿਟੀ ਨਹੀਂ ਲੈ ਕੇ ਆਉਂਦਾ ਕਦੇ ਵੀ। ਜਿਵੇਂ ਆਪਾਂ ਸੌਖੇ ਜਿਹੇ ਰੂਪ 'ਚ ਸਮਝ ਲਈਏ, ਇਨਸਾਨ ਆਪਣਾ ਸਮਾਂ ਜਿਹੜਾ ਉਹਨੂੰ ਬਤੀਤ ਕਰ ਰਿਹਾ, ਗੁਜ਼ਾਰ ਰਿਹਾ, ਬਹੁਤ ਚੰਗਾ ਬੜਾ ਵਧੀਆ ਦਿਨ ਲੰਘਦਾ ਪਿਆ, ਕਿਤੇ ਸਹਿਜ ਸੁਭਾਅ ਸੁਤੇ ਸਿੱਧ ਇਨਸਾਨ ਦੇ ਸਰੀਰ ਉੱਤੇ ਕੋਈ ਫੱਟ ਲੱਗ ਜਾਏ। ਹੁਣ ਇਹਨੂੰ ਪੋਜ਼ਿਟਿਵਿਟੀ ਨਾਲ ਵੀ ਸੋਚਿਆ ਜਾ ਸਕਦਾ ਤੇ ਨੈਗੇਟਿਵਿਟੀ ਨਾਲ ਵੀ। ਜਦੋਂ ਤੇ ਨੈਗੇਟਿਵਿਟੀ ਦੀ ਬਾਤ ਆਈ, ਉਦੋਂ ਤੇ ਇਨਸਾਨ ਕੁਰਲਾਹਟ ਪੈਦਾ ਕਰਦਾ, ਉਦੋਂ ਤੇ ਰੋ ਉੱਠਦਾ, ਕੁਰਲਾ ਉੱਠਦਾ, ਮੇਰੇ ਸਰੀਰ ਉੱਤੇ ਏਡਾ ਵੱਡਾ ਫੱਟ ਵੱਜ ਗਿਆ। ਮਤਲਬ ਇੰਨਾ ਕੁ ਵੱਡੀ ਸੱਟ ਸਰੀਰ ਉੱਤੇ ਵੱਜੀ ਕਿ ਇਨਸਾਨ ਕੁਰਲਾ ਉੱਠਿਆ ਜਦੋਂ ਨੈਗੇਟਿਵਿਟੀ ਨਾਲ ਸੋਚਿਆ।
ਪਰ ਜਦੋਂ ਪੋਜ਼ਿਟਿਵਿਟੀ ਦੀ ਬਾਤ ਆਈ ਉਦੋਂ ਇਨਸਾਨ ਸੋਚਦਾ, ਇਹ ਵੀ ਸੋਚ ਸਕਦਾ ਹੈ ਕੀ ਪਤਾ ਅਕਾਲ ਪੁਰਖ ਪਰਮੇਸ਼ਵਰ ਜੀ ਨੇ ਕਿੱਡੇ ਕੁ ਵੱਡੀ ਜਿਹੜੀ ਚਿੰਤਾ ਜਾਂ ਕਿੱਡੀ ਕੁ ਵੱਡੀ ਮੁਸ਼ਕਲ ਤੋਂ, ਜਿਹਨੂੰ ਸਿਆਣੇ ਇੱਕ ਅਖਾਣ ਵਰਤਦੇ, ਕਹਿੰਦੇ ਵੀ ਸੂਲੀ ਤੋਂ ਉਹਨੇ ਇੱਕ ਸੂਲ ਦੇ ਰੂਪ ਵਿੱਚ ਲਿਆ ਕੇ ਦੁੱਖ ਕੱਟ ਦਿੱਤਾ। ਕੀ ਪਤਾ ਕਿੰਨਾ ਕੁ ਵੱਡਾ ਫਟ ਹੋ ਸਕਦਾ ਕਿ ਅਸੀਂ ਆਪਣੀ ਜ਼ਿੰਦਗੀ ਦੀ ਹੋਂਦ ਨੂੰ ਗਵਾ ਬੈਠਦੇ, ਪਰ ਪਰਮੇਸ਼ਵਰ ਨੇ ਆਪ ਬਖਸ਼ਿਸ਼ ਕਰਦਿਆਂ ਹੋਇਆਂ ਬੜੀ ਨਿੱਕੀ ਜੀ ਚੋਟ ਦੇ ਅੰਦਰ ਨਿੱਕੇ ਜਿਹੇ ਫਟ ਦੇ ਰੂਪ ਵਿੱਚ ਉਹਨੇ ਮੇਰਾ ਦੁੱਖ ਕੱਟ ਦਿੱਤਾ। ਜਦੋਂ ਪੋਜ਼ਿਟਿਵਿਟੀ ਦੀ ਬਾਤ ਆਈ, ਹੁਣ ਇਨਸਾਨ ਦਾ ਮਨ ਚਿੱਤ ਜਦੋਂ ਸਹਿਜ ਅਵਸਥਾ ਵਿੱਚ ਟਿਕ ਜਾਂਦਾ ਨਾ, ਅਡੋਲ ਅਵਸਥਾ ਵਿੱਚ, ਤੇ ਫਿਰ ਉਦੋਂ ਵਿਚਾਰ ਹਰ ਵਕਤ ਪੋਜ਼ਿਟਿਵਿਟੀ ਵਾਲੇ ਹੀ ਬਣ ਜਾਂਦੇ। ਉਹ ਕਦੇ ਨਾ ਪੱਖੀ ਹੋ ਕੇ ਸੋਚਦਾ ਹੀ ਨਹੀਂ। ਔਰ ਜਦੋਂ ਅਸੀਂ ਚੰਗੀਆਂ ਵਿਚਾਰਾਂ ਨਾਲ ਲੈ ਕੇ ਸੋਚਾਂਗੇ ਨਾ, ਤੇ ਉਦੋਂ ਹਰ ਪਾਸੇ ਤੋਂ ਸਾਨੂੰ ਚੰਗਿਆਈ ਹੀ ਮਿਲੇਗੀ, ਹਰ ਪਾਸੇ ਤੋਂ ਸਾਨੂੰ ਚੰਗਾ ਹੀ ਮਿਲੇਗਾ। ਉਦੋਂ ਕਦੇ ਵੀ ਸਾਡਾ ਮਨ ਜਿਹੜਾ ਉਹ ਢਹਿੰਦੀ ਕਲਾ ਵਿੱਚ ਨਹੀਂ ਜਾਏਗਾ, ਉਦੋਂ ਮਨ ਸਦੀਵ ਚੜ੍ਹਦੀ ਕਲਾ 'ਚ ਰਹੇਗਾ। ਜਦੋਂ ਮਨ ਕਰਕੇ ਅਸੀਂ ਚੰਗੀ ਵਿਚਾਰ ਦੇ ਪਾਤਰ ਬਣ ਜਾਾਂਗੇ, ਪੋਜ਼ਿਟਿਵਿਟੀ ਵਾਲੀ ਥਿੰਕਿੰਗ ਸਾਡੀ ਬਣ ਜਾਏਗੀ, ਉਸ ਵਕਤ ਅਸੀਂ ਕਦੇ ਵੀ ਢਹਿੰਦੀ ਕਲਾ ਵਿੱਚ ਨਹੀਂ ਜਾਵਾਂਗੇ, ਸਦੀਵ ਚੜ੍ਹਦੀ ਕਲਾ ਦੇ ਪਾਤਰ ਰਵਾਂਗੇ। ਔਰ ਮਾਲਕ ਜੀ ਨੇ ਅੱਜ ਸਮਝਾਉਂਦਿਆਂ ਕਿਹਾ, ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਧਾਰਨ ਕਰ ਲਿਆ, ਉਹ ਜੀਵ ਫਿਰ ਸਹਿਜ ਅਵਸਥਾ ਦੇ ਪਾਤਰ, ਅਡੋਲ ਅਵਸਥਾ ਦੇ ਪਾਤਰ ਬਣ ਜਾਂਦੇ ਹਨ। ਸ਼ਬਦ ਮਰੈ ਸੋ ਮੁਆ ਜਾਪੈ, ਕਾਲ ਨਾ ਚਾਂਪੈ ਦੁਖ ਨਾ ਸੰਤਾਪੈ, ਜੋਤੀ ਵਿੱਚ ਮਿਲ ਜੋਤ ਸਮਾਣੀ, ਸੁਣ ਮਨ ਸੱਚ ਸਮਾਵਣਿਆ। ਹੁਣ ਖਿਆਲ ਕਰਿਓ, ਜਿਹੜਾ ਬੰਦਾ ਜਿਉਂਦਾ ਹੈ ਮੌਤ ਦਾ ਡਰ ਵੀ ਉਸੇ ਨੂੰ ਆ, ਤੇ ਜਿਹੜਾ ਮਰ ਗਿਆ ਉਹਨੂੰ ਕਦੇ ਮੌਤ ਦਾ ਡਰ ਦੇ ਕੇ ਕੋਈ ਡਰਾ ਸਕਦਾ? ਉਹਨੂੰ ਤੇ ਪਤਾ ਮੈਂ ਤੇ ਮਰ ਗਿਆ। ਹੁਣ ਜਿਹੜੀ ਦੇਹੀ ਮ੍ਰਿਤਕ ਹੈ ਉਹਨੂੰ ਭਾਵੇਂ ਵੱਢ ਕੇ ਸੁੱਟ ਦਿਓ, ਉਹਨੂੰ ਕੋਈ ਪਰਵਾਹ ਨਹੀਂ। ਤੇ ਜਿਹੜੇ ਬੰਦੇ ਦੇ ਸਰੀਰ ਵਿੱਚ, ਦੇਹੀ ਵਿੱਚ ਦੇ ਸਵਾਸ ਚੱਲਦੇ ਨੇ, ਉਹਨੂੰ ਵੱਢਣਾ ਤੇ ਦੂਰ ਦੀ ਗੱਲ ਹੈ, ਉਹਦੇ ਸਾਹਮਣੇ ਜ਼ਿਕਰ ਕਰਕੇ ਵੇਖੋ ਵੀ ਤੈਨੂੰ ਵੱਢ ਦੇਣਾ ਅੱਜ, ਉਹ ਕੁਰਲਾ ਉੱਠਦਾ। ਸਤਿਗੁਰੂ ਜੀ ਬਾਣੀ 'ਚ ਇੱਕ ਜ਼ਿਕਰ ਕਰਦੇ, ਕਹਿੰਦੇ ਜੇ ਮ੍ਰਿਤਕ ਕੋ ਚੰਦਨ ਚੜਾਵੇ, ਉਸ ਤੇ ਕਹੋ ਕਵਨ ਫਲ ਪਾਵੇ, ਜੇ ਮ੍ਰਿਤਕ ਕੋ ਬਿਸ਼ਟਾ ਮਾਹੀ ਰੁਲਾਈ, ਤਾਂ ਮ੍ਰਿਤਕ ਕਾ ਕਿਆ ਘਟ ਜਾਈ। ਮਰੇ ਹੋਏ ਨੂੰ ਕੋਈ ਫਰਕ ਨਹੀਂ ਪੈਣਾ, ਜਿਹੜਾ ਮਰ ਹੀ ਗਿਆ ਉਹਦੀ ਦੇਹੀ ਭਾਵੇਂ ਉੱਦਾਂ ਛੱਡ ਦਿਓ, ਭਾਵੇਂ ਉਹਨੂੰ ਵੱਢਣ ਲੱਗ ਜਾਓ, ਭਾਵੇਂ ਉਹ 'ਤੇ ਚੰਦਨ ਦਾ ਲੇਪ ਪਾਈ ਜਾਓ, ਭਾਵੇਂ ਉਹਨੂੰ ਗੰਦਗੀ ਵਿੱਚ ਉਹਨੇ ਉੱਠ ਕੇ ਥੋੜ੍ਹੀ ਕਹਿਣਾ ਵੀ ਤੁਸੀਂ ਮੈਨੂੰ ਗੰਦਗੀ 'ਚ ਕਿਉਂ ਸੁੱਟਿਆ, ਜਾਂ ਭਾਈ ਤੁਹਾਡਾ ਭਲਾ ਹੋਵੇ ਤੁਸੀਂ ਮੇਰੇ ਉੱਤੇ ਚੰਦਨ ਦਾ ਲੇਪ ਫੇਰਿਆ। ਉਹਨੇ ਕੁਝ ਨਹੀਂ ਕਹਿਣਾ, ਉਹ ਤੇ ਮਰ ਚੁੱਕਾ ਉਹ। ਹੁਣ ਸਤਿਗੁਰੂ ਜੀ ਅੱਜ ਸਾਨੂੰ ਸ਼ਬਦ ਨਾਲ ਮਰਨ ਵਾਸਤੇ ਕਹਿ ਰਹੇ। ਬਾਪੂ ਜੀ ਨੇ ਅੱਜ ਸਾਨੂੰ, ਕਿਉਂਕਿ ਸਾਡਾ ਮਨ ਜਿਹੜਾ ਨਾ ਇਹ ਮਰਿਆ ਨਹੀਂ, ਇਸ ਕਰਕੇ ਜਦੋਂ ਮਰਨ ਦੀ ਗੱਲ ਆਉਂਦੀ ਮਨ ਕੁਰਲਾ ਉੱਠਦਾ ਵੀ ਨਹੀਂ ਮਰਨਾ ਨਹੀਂ, ਜੇ ਮਰ ਗਏ ਤੇ ਫਿਰ ਕਰਾਂਗੇ ਕੀ। ਇਸ ਲਈ ਮਨ ਸਦਾ ਜਿਉਂਦੇ ਰਹਿਣ ਦੀਆਂ ਗੱਲਾਂ ਕਰਦਾ। ਤੇ ਗੁਰੂ ਸਾਹਿਬ ਜੀ ਅੱਜ ਮਨ ਨੂੰ ਸ਼ਬਦ ਦੇ ਨਾਲ ਮਾਰਨ ਦੀ ਗੱਲ ਕਰ ਰਹੇ ਵੀ ਤੂੰ ਮਨਾ ਸ਼ਬਦ ਨਾਲ ਮਰ, ਜਿੱਦਣ ਸ਼ਬਦ ਨਾਲ ਮਰ ਜਾਏਗਾ ਉਦਣ ਤੇਰੀ ਜ਼ਿੰਦਗੀ 'ਚੋਂ ਮੌਤ ਦਾ ਡਰ ਮੁੱਕ ਜਾਏਗਾ, ਉਦਣ ਬੜਾ ਸੋਹਣਾ ਜੀਵਨ ਬਣ ਜਾਏਗਾ। ਕਿਉਂਕਿ ਡਰ, ਜਿੰਨਾ ਚਿਰ ਡਰ ਹੈ ਉਹਨਾਂ ਚਿਰ ਡਰ ਦੇ ਅਧੀਨ ਰਹਿ ਕੇ ਬੰਦਾ, ਆਪਾਂ ਸੰਸਾਰਕ ਤੌਰ ਤੇ ਗੱਲ ਕਰ ਲਈਏ, ਇਨਸਾਨ ਜਦੋਂ ਡਰ ਤੋਂ ਰਹਿਤ ਹੁੰਦਾ ਹੈ ਉਦੋਂ ਕਰਮ ਬਹੁਤ ਬੇਖੌਫ ਹੋ ਕੇ ਤੇ ਬੜੇ ਸੁਚੱਜੇ ਢੰਗ ਨਾਲ ਕਰਦਾ। ਤੇ ਜੇ ਕੋਈ ਵੀ ਕੰਮ ਇਨਸਾਨ ਡਰ ਦੇ ਅਧੀਨ ਰਹਿ ਕੇ ਕਰੇ ਤੇ ਫਿਰ ਨਾ ਤੇ ਉਹ ਕਾਰਜ ਬਣਦਾ, ਨਾ ਹੀ ਉਹ ਕਾਰਜ ਸਵਰਦਾ ਹੈ, ਉਹ ਕਾਰਜ ਵੀ ਵਿਗੜ ਜਾਂਦਾ, ਤੇ ਨਾ ਹੀ ਇਨਸਾਨ ਉਹ ਕਾਰਜ ਚੰਗੇ ਢੰਗ ਨਾਲ ਕਰ ਸਕਦਾ, ਕਿਉਂਕਿ ਡਰ ਦੇ ਅਧੀਨ ਹੈ। ਹੁਣ ਡਰ ਦੇ ਅਧੀਨ ਰਹਿੰਦਾ, ਜਿਵੇਂ ਮੰਨ ਲਓ ਇੱਕ ਬੁਲਾਰਾ ਬੋਲਣ ਵਾਲਾ ਜਿਹੜਾ ਅਜੇ ਬੋਲਣ ਦੀ ਅਭਿਆਸ ਵਿੱਚ ਨਹੀਂ ਆਇਆ, ਜਿਸ ਦਿਨ ਉਹ ਪਹਿਲੀ ਵਾਰ ਬੋਲਣ ਲੱਗਦਾ, ਬੋਲਣ ਲੱਗਿਆਂ ਉਹਦੇ ਹੱਥ ਵੀ ਕੰਬਦੇ, ਜ਼ੁਬਾਨ ਵੀ ਸੁੱਕਦੀ, ਪੈਰ ਵੀ ਕੰਬਦੇ, ਇੱਕ ਡਰ ਹੈ। ਜਦੋਂ ਉਹ ਡਰ ਉਹਦੇ ਵਿੱਚ ਮਨ ਵਿੱਚੋਂ ਨਿਕਲ ਜਾਂਦਾ ਹੈ
ਉਹ ਤੋਂ ਬਾਅਦ ਚੋਂ ਬੜੇ ਚੰਗੇ ਢੰਗ ਨਾਲ ਬੋਲ ਵੀ ਲੈਂਦਾ। ਹੋ ਸਕਦਾ ਹੈ ਜਿਸ ਦਿਨ ਪਹਿਲੇ ਦਿਨ ਉਹ ਬੋਲਣ ਲੱਗਾ ਹੋਵੇ ਉਹਦੇ ਕੋਲ ਗਿਆਨ ਬਹੁਤ ਹੋਵੇ ਪਰ ਅਨੁਭਵ ਨਹੀਂ ਸੀ, ਉਹ ਗਿਆਨ ਦਾ ਵੀ ਪ੍ਰਗਟਾਵਾ ਨਹੀਂ ਕਰ ਸਕਿਆ ਕਿਉਂਕਿ ਅੰਦਰ ਡਰ ਸੀ। ਜੇ ਉਹੀ ਡਰ ਨਾ ਹੁੰਦਾ, ਖੌਫ ਨਾ ਹੁੰਦਾ, ਗਿਆਨ ਥੋੜਾ ਹੁੰਦਾ, ਅਨੁਭਵ ਹੁੰਦਾ, ਉਸ ਅਨੁਭਵ ਦੇ ਸਦਕਾ ਉਹ ਆਪਣੇ ਗਿਆਨ ਨੂੰ ਬਹੁਤ ਚੰਗੇ ਢੰਗ ਨਾਲ ਉਸ ਜਿਹੜਾ ਲੋਕਾਂ ਦੇ ਸਾਹਮਣੇ ਰੱਖ ਸਕਦਾ ਸੀ ਕਿਉਂਕਿ ਉਹਦੇ ਕੋਲ ਅਨੁਭਵ ਸੀ ਤੇ ਡਰ ਨਹੀਂ ਸੀ। ਹੁਣ ਬਾਪੂ ਜੀ ਨੇ ਅੱਜ ਜ਼ਿਕਰ ਕੀਤਾ, ਕਹਿੰਦੇ ਸ਼ਬਦ ਮਰੈ ਸੋ ਮੂਆ ਜਾਪੈ। ਇੱਕ ਸਾਹਿਬ ਜੀ ਕਾ ਪਾਵਨ ਬਚਨ ਆਪਾਂ ਬਾਣੀ ਚ ਪੜ੍ਹਦੇ ਹਾਂ, ਜਿੱਥੇ ਮਾਲਕ ਜੀ ਜ਼ਿਕਰ ਕਰਦੇ ਆ, ਕਹਿੰਦੇ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ। ਅਸੀਂ ਸ਼ਬਦ ਦੇ ਨਾਲ ਆਪਣਾ ਆਪਾ ਮਾਰਨਾ, ਉਹੀ ਸ਼ਬਦ ਨਾਲ ਆਪਣੇ ਆਪੇ ਮਾਰਨ ਨੂੰ ਬਾਬਾ ਕਬੀਰ ਸਾਹਿਬ ਨੇ ਜਦੋਂ ਜ਼ਿਕਰ ਕੀਤਾ ਤੇ ਕਹਿੰਦੇ ਕਬੀਰ ਜਿਹ ਮਰਨੈ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੈ ਹੀ ਤੇ ਪਾਈਐ ਪੂਰਨ ਪਰਮਾਨੰਦ। ਜਦੋਂ ਉਹਨਾਂ ਨੇ ਮੌਤ ਦੀ ਬਾਤ ਕੀਤੀ ਤੇ ਕਹਿੰਦੇ ਮਰਤਾ ਮਰਤਾ ਜਗ ਮੂਆ ਮਰ ਪੇ ਨਾ ਜਾਣਿਆ ਕੋਏ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਇਸ ਲਈ ਜਦੋਂ ਸ਼ਬਦ ਦੇ ਨਾਲ ਮਰਨ ਦੀ ਬਾਤ ਆਉਂਦੀ ਹੈ ਤੇ ਉਦੋਂ ਆਪਣੇ ਮਨ ਨੂੰ ਮਾਰ ਲੈਣ ਵਿੱਚ ਹੀ ਭਲਾ ਹੈ। ਸਤਿਗੁਰੂ ਜੀ ਜ਼ਿਕਰ ਕਰਦੇ ਆ, ਆਖਦੇ ਜਿਹੜਾ ਜੀਵ ਸ਼ਬਦ ਦੇ ਨਾਲ ਆਪਣਾ ਆਪਾ ਮਾਰ ਲੈਂਦਾ ਹੈ ਫਿਰ ਕਾਲ ਨਾ ਚਾਂਪੈ। ਕਾਲ ਉਹਨੂੰ ਚਾਂਪਦਾ ਨਹੀਂ, ਕਾਲ ਉਹਨੂੰ ਚਬਾਉਂਦਾ ਨਹੀਂ ਹੈ, ਮਤਲਬ ਉਹ ਕਾਲ ਦੇ ਡਰ ਤੋਂ ਮੁਕਤ ਹੋ ਜਾਂਦਾ। ਔਰ ਦੁੱਖ ਨਾ ਸੰਤਾਪੈ। ਮਰਿਆ ਬੰਦਾ ਮੌਤ ਦਾ ਡਰ ਛੱਡ ਦਿੰਦਾ ਹੈ, ਮਰੇ ਹੋਏ ਨੂੰ ਦੁੱਖ ਵੀ ਕੋਈ ਨਹੀਂ। ਉਹਦਾ ਸਰੀਰ ਭਾਵੇਂ ਨਿੱਕੇ ਨਿੱਕੇ ਟੁਕੜੇ ਕਰਕੇ ਵੱਢ ਦਿਓ, ਉਹਨੇ ਦੁੱਖ ਥੋੜੀ ਮਨਾਉਣਾ, ਉਹ ਮਰ ਗਿਆ। ਉਹ ਤੇ ਜਦੋਂ ਸਾਡਾ ਮਨ ਮਰ ਜਾਂਦਾ ਹੈ ਸ਼ਬਦ ਦੇ ਨਾਲ, ਸ਼ਬਦ ਦੇ ਰਾਹੀਂ ਜਦੋਂ ਅਸੀਂ ਆਪਣੇ ਮਨ ਨੂੰ ਮਾਰ ਲੈਨੇ ਆ ਤੇ ਫਿਰ ਇੱਕ ਤੇ ਇਹਦੀ ਜ਼ਿੰਦਗੀ ਵਿੱਚੋਂ ਮੌਤ ਦਾ ਡਰ ਚਲੇ ਜਾਂਦਾ ਹੈ। ਜਦੋਂ ਮੌਤ ਦਾ ਡਰ ਚਲੇ ਗਿਆ ਉਹਦੇ ਨਾਲ ਨਾਲ ਫਿਰ ਦੁੱਖ ਨਾ ਸੰਤਾਪੈ। ਦੁੱਖ ਵੀ ਕਦੇ ਨਹੀਂ ਆਉਂਦਾ ਕਿਉਂਕਿ ਉਦੋਂ ਮਨ ਮਰ ਚੁੱਕਾ। ਹੁਣ ਮਰੇ ਹੋਏ ਮਨ ਨੂੰ ਦੁੱਖ ਕਾਹਦਾ? ਜਿਵੇਂ ਇਨਸਾਨ ਜਿਹੜਾ ਨਾ, ਕਿਸੇ ਇਨਸਾਨ ਨੇ ਆਪਣੀ ਜ਼ਿੰਦਗੀ ਅੰਦਰ ਬਹੁਤ ਸਾਰਾ ਸਟਰਗਲ ਕੀਤਾ ਹੋਵੇ, ਲੋਕਾਂ ਨੇ ਬਹੁਤ ਸਾਰਾ ਉਹਦੇ ਨਾਲ ਧੋਖਾਧੜੀ ਕੀਤੀ ਹੋਵੇ ਤੇ ਮਨ ਨੂੰ ਨਾ ਸੌਖੇ ਲਫ਼ਜ਼ਾਂ 'ਚ ਕਹਿ ਲਈਏ ਵੀ ਉਹ ਨਿਰਾਸ਼ ਹੋ ਚੁੱਕਾ, ਬਿਲਕੁਲ ਜੀਵਨ ਤੋਂ ਵੀ ਨਿਰਾਸ਼ ਹੋ ਗਿਆ, ਲੋਕਾਂ ਤੋਂ ਵੀ ਨਿਰਾਸ਼ ਹੋ ਗਿਆ। ਹੁਣ ਜੇ ਉਹਦੇ ਸਾਹਮਣੇ ਕੋਈ ਨਿੱਕੀ ਮੋਟੀ ਉਹਦੇ ਨਾਲ ਆ ਕੇ ਵਧੀਕੀ ਕਰੇ, ਉਹ ਫਿਰ ਕਹਿੰਦਾ ਵੀ ਐਡੀ ਕਿ ਤੇਰੀ ਵਧੀਕੀ ਨੇ ਮੇਰਾ ਕੀ ਵਿਗਾੜ ਲੈਣਾ, ਮੈਂ ਤੇ ਆਪਣੇ ਸਿਰ ਉੱਤੇ, ਆਪਣੇ ਸਰੀਰ ਉੱਤੇ ਵੱਡੇ ਤੋਂ ਵੱਡੇ ਤੂਫਾਨ ਵੀ ਚੱਲ ਲਏ ਪਰ ਮੈਂ ਉਦੋਂ ਨਹੀਂ ਡੋਲਿਆ, ਆ ਤੇਰੇ ਹੁਣ ਨਿੱਕੀਆਂ ਜੀਆਂ ਗੱਲਾਂ ਮੇਰਾ ਕੀ ਵਿਗਾੜ ਲੈਣਗੀਆਂ। ਮਤਲਬ ਉਹ ਉਸ ਵਕਤ ਆਪਣੇ ਆਪ ਨੂੰ ਮੈਂਟਲੀ ਇੰਨਾ ਕੁ ਪ੍ਰਪੇਅਰ ਕਰ ਲੈਂਦਾ ਵੀ ਨਿੱਕੀ ਮੋਟੀ ਗੱਲ ਦੀ ਪਰਵਾਹ ਹੀ ਨਹੀਂ ਰਹਿ ਜਾਂਦੀ। ਇਸੇ ਤਰ੍ਹਾਂ ਜਦੋਂ ਮਨ ਸ਼ਬਦ ਦੇ ਰਾਹੀਂ ਮਰ ਜਾਂਦਾ ਨਾ, ਸ਼ਬਦ ਦੇ ਰਾਹੀਂ ਮਨ ਜਦੋਂ ਆਪਣੀਆਂ ਆਪੇ ਨੂੰ ਖਤਮ ਕਰ ਲੈਂਦਾ ਹੈ, ਆਪਣੇ ਆਪੇ ਨੂੰ ਖਤਮ ਕਰ ਲੈਣ ਤੋਂ ਬਾਅਦ ਵਿੱਚ ਫਿਰ ਮਨ ਕਿਸੇ ਵੀ ਬਾਤ ਦੀ ਪਰਵਾਹ ਨਹੀਂ ਕਰਦਾ, ਮਨ ਉਹ ਬੇਪਰਵਾਹ ਹੋ ਕੇ ਇਹ ਜੀਵਨ ਬਤੀਤ ਕਰਦਾ ਤੇ ਦੁੱਖ ਉਹਨਾਂ ਨੂੰ ਲੱਗਦਾ ਜਿਹੜੇ ਪਰਵਾਹ ਕਰਨ ਤੇ ਜਿਹੜੇ ਪਰਵਾਹ ਨਹੀਂ ਕਰਦੇ ਉਹਨਾਂ ਦੇ ਸਰੀਰਾਂ ਉੱਤੇ ਕਦੇ ਦੁੱਖ ਵੀ ਨਹੀਂ ਲੱਗਾ। ਔਰ ਚੇਤਾ ਰੱਖੋ, ਆਪਾਂ ਜੇ ਸੰਸਾਰਕ ਤੌਰ ਤੇ ਵੀ ਬਾਤ ਕਰਾਂਗੇ ਨਾ, ਸਾਡੇ ਸਰੀਰ ਨੂੰ ਦੁੱਖ ਹੋਵੇ ਥੋੜਾ ਤੇ ਅਸੀਂ ਜਤਾਈ ਜਾਈਏ ਜ਼ਿਆਦਾ ਤੇ ਮਹਿਸੂਸ ਕਰਾਂਗੇ ਵੀ ਪਤਾ ਹੀ ਨਹੀਂ ਕਿੱਡੇ ਕੁ ਜ਼ਿਆਦਾ ਅਸੀਂ ਦੁਖੀ ਆ, ਤੇ ਦੁੱਖ ਹੋਵੇ ਜ਼ਿਆਦਾ ਜਤਾਈਏ ਅਸੀਂ ਥੋੜਾ ਤੇ ਉਦੋਂ ਮਨ ਨੂੰ ਇੱਕ ਧਰਵਾਸ ਬਣਿਆ ਰਹਿੰਦਾ। ਬੰਦਾ ਕਹਿੰਦਾ ਵੀ ਕੋਈ ਗੱਲ ਨਹੀਂ, ਨਿੱਕਾ ਜਾਈ ਹੈ, ਇਸ ਦੁੱਖ ਨੇ ਵੀ ਕੱਟਿਆ ਜਾਣਾ, ਇਹ ਦੁੱਖ ਵੀ ਮੁੱਕ ਜਾਏਗਾ, ਕੋਈ ਬਹੁਤਾ ਵੱਡਾ ਦੁੱਖ ਨਹੀਂ। ਇਸੇ ਤਰ੍ਹਾਂ ਜਦੋਂ ਮਨ ਨਿੱਕੀ ਤੋਂ ਨਿੱਕੀ ਬਾਤ ਨੂੰ ਵੀ ਚਿੰਤਾਤੁਰ ਹੋ ਕੇ ਸੋਚਦਾ ਤੇ ਵਿਚਾਰਦਾ ਹੈ, ਬਹੁਤ ਜ਼ਿਆਦਾ ਦੁਖੀ ਹੋਈ ਜਾਂਦਾ ਔਰ ਇਉਂ ਕਹਿ ਲਓ ਹਰ ਵਕਤ ਦੁੱਖਾਂ ਦੇ ਵਿੱਚ ਹੀ ਰਹਿੰਦਾ ਹੈ। ਪਰ ਜਦੋਂ ਮਨ ਸ਼ਬਦ ਦੇ ਰਾਹੀਂ ਆਪਣਾ ਆਪਾ ਮਾਰ ਲੈਂਦਾ ਫਿਰ ਉਦੋਂ ਗੁਰੂ ਮਨ ਨੂੰ ਇੰਨਾ ਕੁ ਵੱਡਿਆਂ ਬਣਾ ਦਿੰਦਾ, ਐਡਾ ਕੁ ਉਦਾਰ ਚਿੱਤ ਬਣ ਜਾਂਦਾ ਹੈ ਮਨ, ਜਾਂ ਇਉਂ ਕਹਿ ਲਓ ਇਨਸਾਨ ਦਾ ਹਿਰਦਾ ਇੰਨਾ ਕੁ ਉਦਾਰਿਤ ਹੋ ਜਾਂਦਾ ਹੈ ਕਿ ਉਸ ਵਕਤ ਫਿਰ ਇਨਸਾਨ ਸੰਸਾਰਕ ਗੱਲਾਂ ਦੀ ਪਰਵਾਹ ਛੱਡ ਦਿੰਦਾ ਤੇ ਦੁੱਖ ਉਸੇ ਨੂੰ ਵਿਆਪਦਾ ਜਿਹੜਾ ਸੰਸਾਰਕ ਗੱਲਾਂ ਦੀ ਪਰਵਾਹ ਕਰਦਾ ਹੈ, ਸੰਸਾਰਕ ਸਮਿਆਂ ਦੀ ਪਰਵਾਹ ਕਰਦਾ, ਤੇ ਜਿਹੜਾ ਇਹਦੇ ਤੋਂ ਉੱਪਰ ਉੱਠ ਜਾਂਦਾ ਹੈ ਉਹ ਫਿਰ ਕਦੇ ਦੁੱਖ ਜਾਂ ਤਕਲੀਫ ਨੂੰ ਆਪਣੇ ਜੀਵਨ ਅੰਦਰ ਮਹਿਸੂਸ ਨਹੀਂ ਕਰਦਾ।
ਇਸੇ ਕਰਕੇ ਕਹਿ ਸਕਦੇ ਹਾਂ ਕਿ ਜਿਨ੍ਹਾਂ ਸ਼ਹੀਦਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ, ਉਹਨਾਂ ਦੀਆਂ ਸ਼ਹਾਦਤਾਂ ਵੀ ਉਹਨਾਂ ਲਈ ਕੋਈ ਮੁਸ਼ਕਲ ਨਹੀਂ ਬਣੀਆਂ, ਜਾਂ ਉਹਨਾਂ ਲਈ ਉਹ ਮੌਤ ਵੀ ਕਦੇ ਉਹਨਾਂ ਦੇ ਮਨ ਨੂੰ ਡੋਲਾ ਨਹੀਂ ਸਕੀ। ਉਹ ਮੌਤ ਦਾ ਡਰ ਵੀ ਉਹਨਾਂ ਨੂੰ ਕਦੇ ਉਹਨਾਂ ਦੇ ਪੈਂਡੇ ਤੋਂ, ਉਹਨਾਂ ਦੇ ਮਾਰਗ ਤੋਂ ਭੁਲਾ ਨਹੀਂ ਸਕਿਆ, ਭਟਕਾ ਨਹੀਂ ਸਕੀ ਉਹ ਮੌਤ ਵੀ, ਕਿਉਂਕਿ ਉਹਨਾਂ ਨੇ ਆਪਣਾ ਆਪਾ ਆ ਸੰਸਾਰਕ ਝਮੇਲਿਆਂ ਤੋਂ ਉੱਪਰ ਚੁੱਕ ਲਿਆ। ਇੰਨਾ ਕੁ ਉੱਪਰ ਚਲੇ ਗਏ, ਦੇਹੀ ਦੇ ਮੋਹ ਤੋਂ ਇੰਨਾ ਕੁ ਆਪਣਾ ਆਪਾ ਉੱਪਰ ਚੁੱਕ ਲਿਆ ਵੀ ਜੇ ਦੇਹੀ ਕੋਈ ਵੱਡੀ ਵੀ ਕਿਸੇ ਨੇ ਤੇ ਉਹ ਬੇਖੌਫ ਹੋ ਕੇ ਬੈਠੇ, ਅਡੋਲ ਚਿੱਤ ਹੋ ਕੇ, ਕਿਉਂਕਿ ਹਿਰਦਾ ਟਿਕਿਆ ਹੋਇਆ। ਔਰ ਜਿਨ੍ਹਾਂ ਦਾ ਮਨ ਟਿਕ ਜਾਂਦਾ ਹੈ ਨਾ, ਚੇਤਾ ਰੱਖਿਓ, ਅਸੀਂ ਸਰੀਰ ਉੱਪਰਲਾ ਦੁੱਖ ਔਰ ਤਕਲੀਫ ਉਹਨਾਂ ਚਿਰ ਹੀ ਮਹਿਸੂਸ ਕਰਦੇ ਹਾਂ ਜਿੰਨਾ ਚਿਰ ਸਾਡੀ ਦੇਹੀ ਨਾਲ ਸਾਡਾ ਮੋਹ ਹੈ, ਸਾਡੀ ਦੇਹੀ ਨਾਲ, ਕਾਇਆ ਨਾਲ ਅਸੀਂ ਮੋਹ ਵਿੱਚ ਗਰਸੇ ਹੋਏ ਹਾਂ। ਪਰ ਜਦੋਂ ਕਾਇਆ ਦੇ ਮੋਹ ਤੋਂ ਅਸੀਂ ਉੱਪਰ ਉੱਠ ਜਾਵਾਂਗੇ, ਫਿਰ ਸਰੀਰ ਨਾਲ, ਜਿਹੜੀ ਚੀਜ਼ ਨਾਲ ਪ੍ਰੇਮ ਹੋਵੇ ਉਹਨੂੰ ਇਨਸਾਨ ਸੰਭਾਲ ਕੇ ਰੱਖਦਾ, ਤੇ ਜਿਹੜੀ ਚੀਜ਼ ਨਾਲ ਪਿਆਰ ਨਾ ਹੋਵੇ ਉਹ ਜਿੱਥੇ ਮਰਜ਼ੀ ਪਈ ਰਹੇ, ਇਨਸਾਨ ਨੂੰ ਕੋਈ ਵੀ ਪਰਵਾਹ ਨਹੀਂ, ਕੋਈ ਹਾਲਾਤ ਬਣ ਜਾਣ ਕੋਈ ਚਿੰਤਾ ਨਹੀਂ। ਪਰ ਜਦੋਂ ਉਸੇ ਵਸਤੂ ਦੇ ਪ੍ਰਤੀ ਪ੍ਰੇਮ ਔਰ ਮੋਹ ਪੈਦਾ ਹੋ ਜਾਂਦਾ ਹੈ, ਉਸੇ ਵਸਤੂ ਨੂੰ ਇਨਸਾਨ ਸੰਭਾਲ ਕੇ ਰੱਖਦਾ। ਕਾਇਆ ਵੀ ਇਸੇ ਤਰ੍ਹਾਂ ਹੀ ਹੈ। ਜਿੰਨਾ ਚਿਰ ਇਨਸਾਨ ਦੇ ਮਨ ਅੰਦਰ ਕਾਇਆ ਪ੍ਰਤੀ ਮੋਹ ਹੈ, ਵੇਖੋ ਕਾਇਆ ਨੂੰ ਸੰਭਾਲਣਾ ਇਹ ਸਾਡੀ ਇੱਕ ਜ਼ਿੰਮੇਵਾਰੀ ਹੈ। ਪਰ ਇਹਦੇ ਮੋਹ ਵਿੱਚ ਗਰਸੇ ਜਾਣਾ ਤੇ ਮੋਹ ਵਿੱਚ ਗਰਸ ਕੇ ਕੇਵਲ ਕਾਇਆ ਉੱਤੇ ਹੀ ਆਪਣਾ ਆਪਾ ਸਾਰਾ ਮਤਲਬ ਸੋਚ ਵਿਚਾਰ ਸਭ ਕਾਇਆ ਉੱਤੇ ਹੀ ਲਾ ਦੇਣੀ, ਇਹ ਉਹਦੇ ਮੋਹ ਵਿੱਚ ਫਸਿਆ ਹੋਇਆ ਆਪਣਾ ਆਪਾ ਜਿਹੜਾ ਉਹਨੂੰ ਇਹਦੇ ਮੋਹ ਵਿੱਚ ਗਲਤਾਨ ਕਰ ਲੈਣਾ। ਸੰਭਾਲਣਾ ਇੱਕ ਅਲੱਗ ਬਾਤ ਹੈ, ਮੋਹ ਵਿੱਚ ਗਲਤਾਨ ਹੋ ਜਾਣਾ ਇੱਕ ਅਲੱਗ ਬਾਤ ਹੈ। ਤੇ ਸਾਹਿਬ ਜੀ ਅੱਜ ਕਹਿ ਰਹੇ ਕਿ ਜਿਨ੍ਹਾਂ ਨੇ ਸ਼ਬਦ ਦੇ ਨਾਲ ਆਪਣਾ ਆਪਾ ਮਾਰਿਆ, ਕਾਲ ਨਾ ਚਾਂਪੈ ਦੁੱਖ ਨਾ ਸੰਤਾਪੈ, ਉਹਨਾਂ ਨੂੰ ਫਿਰ ਦੁੱਖ ਵੀ ਨਹੀਂ ਵਿਆਪਦਾ, ਕਿਉਂਕਿ ਜੋਤੀ ਵਿੱਚ ਮਿਲ ਜੋਤ ਸਮਾਣੀ। ਉਹਨਾਂ ਨੇ ਆਪਣੀ ਜੋਤੀ ਜਿਹੜੀ ਹੈ, ਮਤਲਬ ਆਪਣੀ ਸੋਚ, ਆਪਣੀ ਵਿਚਾਰ ਜਿਹੜੀ ਹੈ, ਉਹ ਰੱਬੀ ਵਿਚਾਰ ਦੇ ਅੰਦਰ ਲੀਨ ਕਰ ਲਈ। ਸੁਣ ਮਨ ਸੱਚ ਸਮਾਵਣਿਆ, ਤੇ ਮਨ ਜਿਹੜਾ ਨਾ ਉਹ ਹੁਣ ਉਸ ਵਿਚਾਰ ਨੂੰ ਸੁਣਦਾ ਹੋਇਆ ਸੱਚ ਦੇ ਅੰਦਰ ਸਮਾ ਗਿਆ। ਕਾਇਆ ਕੱਚੀ ਕੱਚਾ ਚੀਰ ਹੰਡਾਏ, ਦੂਜੇ ਲਾਗੀ ਮਹਿਲ ਨਾ ਪਾਏ। ਅਨ ਦਿਨ ਜਲਦੀ ਫਿਰੈ ਦਿਨ ਰਾਤੀ, ਬਿਨ ਪਿਰ ਬਹੁ ਦੁਖ ਪਾਵਣਿਆ। ਫਿਰ ਸਾਹਿਬ ਕਹਿੰਦੇ ਕਾਇਆ ਕੱਚੀ, ਕੱਚਾ ਚੀਰ ਹੰਡਾਏ। ਕਹਿੰਦੇ ਕਾਇਆ ਕੱਚੀ ਹੈ। ਕੱਚੀ ਤੋਂ ਭਾਵ ਛਿੱਜ ਜਾਣ ਵਾਲੀ, ਛੇਤੀ ਮੁੱਕ ਜਾਣ ਵਾਲੀ। ਜ਼ਿੰਦਗੀ ਬਹੁਤੀ ਲੰਮੇਰੀ ਥੋੜੀ ਹੈ। ਤੇ ਕਹਿੰਦੇ ਇੱਕ ਆਪ ਨਾ ਸਿਆਣੇ ਇੱਕ ਅਖਾਣ ਵਰਤਦੇ, ਇੱਕ ਹੈ ਅੰਨੀ ਤੇ ਦੂਜੇ ਤੁਰ ਸਿਵਿਆਂ ਦੇ ਰਾਹ ਪਈ। ਇਨਸਾਨੀ ਸੋਚ ਇਸੇ ਤਰ੍ਹਾਂ ਦੀ ਹੈ। ਇੱਕ ਤੇ ਕਾਇਆ ਕੱਚੀ ਹੈ, ਪਤਾ ਵੀ ਇਹਨੇ ਮਰ ਜਾਣਾ, ਮੁੱਕ ਜਾਣਾ, ਤੇ ਦੂਜੇ ਪਾਸੇ ਗੁਰੂ ਬਾਬਾ ਜੀ ਕਹਿੰਦੇ ਕੱਚਾ ਚੀਰ ਹੰਡਾਏ। ਆਪਣੇ ਉੱਤੇ ਕੱਪੜੇ ਵੀ ਉਹ ਪਾਈ ਜਾਂਦੀ ਹੈ ਜਿਹੜੇ ਕੱਚੇ ਨੇ। ਚੀਰ ਦਾ ਮਤਲਬ ਕੱਪੜਾ, ਵਸਤਰ, ਹੰਡਾਏ ਮਤਲਬ ਹੰਡਾਉਣਾ, ਪਹਿਨਣਾ। ਇੱਕ ਕਾਇਆ ਕੱਚੀ, ਇੱਕ ਚੀਰ ਵੀ ਕੱਚਾ। ਹੁਣ ਇੱਥੇ ਇਹਦਾ ਭਾਵ ਕੀ ਹੈ? ਜ਼ਿੰਦਗੀ ਬਹੁਤ ਥੋੜੀ ਹੈ, ਛੇਤੀ ਮੁੱਕ ਜਾਣ ਵਾਲੀ ਹੈ। ਕਾਇਆ ਕੱਚੀ ਮਤਲਬ ਜ਼ਿੰਦਗੀ ਥੋੜੀ ਹੈ। ਤੇ ਦੂਜਾ, ਇਸ ਜ਼ਿੰਦਗੀ ਦੇ ਅੰਦਰ ਇਨਸਾਨ ਗੁਣ ਵੀ ਉਹ ਇਕੱਠੇ ਕਰ ਰਿਹਾ ਜਿਨ੍ਹਾਂ ਨੇ ਛੇਤੀ ਮੁੱਕ ਜਾਣਾ। ਮਤਲਬ ਔਗਣਾਂ ਨੂੰ ਹੀ ਜੋੜੀ ਜਾਂਦਾ, ਗੁਣਾਂ ਵਾਲੇ ਪਾਸੇ ਕਦੇ ਆਇਆ ਹੀ ਨਹੀਂ। ਇਹਨੇ ਆਪਣੇ ਜੀਵਨ ਦੇ ਅੰਦਰ ਕਰਮ ਵੀ ਉਹ ਜੋੜੇ ਜਿਹੜੇ ਕੱਚੇ ਨੇ, ਜਿਨ੍ਹਾਂ ਨੇ ਛੇਤੀ ਵਿਣਸ ਜਾਣਾ, ਜਿਨ੍ਹਾਂ ਨੇ ਛੇਤੀ ਨਾਸ਼ ਹੋ ਜਾਣਾ। ਇਹਨੇ ਆਪਣੇ ਜੀਵਨ ਅੰਦਰ ਨਾ ਤੇ ਆਪਣੀ ਜ਼ਿੰਦਗੀ ਨੂੰ ਸਮਝ ਸਕਿਆ ਔਰ ਨਾ ਹੀ ਆਪਣੇ ਜੀਵਨ ਦੇ ਅੰਦਰ ਗੁਣਾਂ ਨੂੰ ਸਮਝ ਸਕਿਆ। ਕਾਇਆ ਕੱਚੀ, ਕੱਚਾ ਚੀਰ ਹੰਡਾਏ,
ਕੱਚਾ ਹੀ ਚੀਰ ਹੰਢਾਰਿਆ, ਕੱਚਾ ਹੀ ਵਸਤਰ ਹੰਢਾਰਿਆ, ਦੂਜੇ ਲਾਗੀ ਮਹਿਲ ਨਾ ਪਾਏ। ਹੁਣ ਜਿਹੜੀ ਕਾਇਆ, ਜਿਵੇਂ ਆਪਾਂ ਕਹਿ ਲਈਏ, ਸਤਿਗੁਰੂ ਜੀ ਦਾ ਇੱਕ ਪਾਵਨ ਬਚਨ ਪੜ੍ਹਦੇ ਹਾਂ ਆਪਾਂ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਧ ਬਿਹਾਤ ਹੈ ਫੂਟੇ ਘਟ ਜਿਉ ਪਾਨੀ। ਸਤਿਗੁਰੂ ਜੀ ਨਾ ਇੱਕ ਬਚਨ ਹੋਰ ਬੜਾ ਪਿਆਰਾ ਆਖਦੇ, ਕਹਿੰਦੇ ਮਨੁੱਖਾ ਤੇਰਾ ਨਾ ਜੀਵਨ ਜਿਹੜਾ ਉਸ ਰੱਸੀ ਵਰਗਾ ਹੈ ਜਿਸ ਰੱਸੀ ਨੂੰ ਰੋਜ਼ ਚੂਹਾ ਕੁਤਰ ਰਿਹਾ, ਕੱਟ ਰਿਹਾ ਰੋਜ਼, ਜਿਹਨੂੰ ਸਤਿਗੁਰੂ ਕਹਿੰਦੇ ਜਮ ਚੂਹਾ ਕਿਰਸ ਨਿਤ ਕੁਰਕਦਾ ਨਿਤਾ ਪ੍ਰਤੀ। ਜਮ ਰੂਪੀ ਚੂਹਾ ਜਿਹੜਾ ਨਾ, ਉਹ ਤੇਰੇ ਸਵਾਸਾਂ ਰੂਪੀ ਲੱਜ ਨੂੰ, ਲੱਜ ਕਹਿੰਦੇ ਰੱਸੀ ਨੂੰ, ਟੁੱਕੀ ਜਾ ਰਿਹਾ ਰੋਜ਼ ਨਿਤਾ ਪ੍ਰਤੀ। ਤੇ ਜਿਹਨੂੰ, ਜਾਂ ਇਉਂ ਕਹਿ ਲੋ, ਬਾਬਾ ਫਰੀਦ ਜੀ ਦਾ ਇੱਕ ਪਾਵਨ ਬਚਨ ਹੈ, ਫਰੀਦਾ ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ ਚੱਲੇ ਮਸਾਇਕ ਸ਼ੇਖ। ਸਾਡੀ ਜ਼ਿੰਦਗੀ ਦੀ ਹੋਂਦ ਉਸ ਦਰਵਾਜ਼ੇ ਵਰਗੀ ਹੈ, ਉਸ ਲੱਕੜ ਵਰਗੀ ਹੈ ਜਿਹਨੂੰ ਸਿਉਂਕ ਲੱਗ ਚੁੱਕੀ। ਤੇ ਜਿਹਨੂੰ ਸਿਉਂਕ ਲੱਗੀ ਹੋਵੇ ਨਾ, ਉਹਦੇ ਉੱਤੇ ਕਿਤੇ ਬਹੁਤਾ ਭਰੋਸਾ ਤੇ ਆਸ ਨਹੀਂ ਹੁੰਦੀ, ਪਤਾ ਨਹੀਂ ਉਹਨੇ ਕਿਹੜੇ ਵੇਲੇ ਤੇ ਕਿੱਥੇ ਡਿੱਗ ਪੈਣਾ। ਜਾਂ ਇਉਂ ਕਹਿ ਲੋ, ਸਾਡੀ ਹਾਲਤ ਉਸ ਗੇਟ ਵਰਗੀ ਹੈ, ਲੋਹੇ ਦਾ ਗੇਟ ਜਿਹਨੂੰ ਜੰਗਾਲ ਲੱਗ ਚੁੱਕਾ ਤੇ ਜੰਗਾਲ ਨੇ ਬਿਲਕੁਲ ਖਾ ਲਿਆ। ਹੁਣ ਇਹ ਨਹੀਂ ਪਤਾ ਕਿ ਉਸ ਗੇਟ ਨੇ ਕਿਹੜੇ ਵੇਲੇ ਡਿੱਗ ਪੈਣਾ। ਦੋਵੇਂ ਚੀਜ਼ਾਂ ਹੀ, ਕਿਉਂਕਿ ਮਨ ਸ਼ੈਤਾਨ ਹੈ ਨਾ। ਅਸੀਂ ਹੋ ਸਕਦਾ ਵੀ ਇਹ ਕਹਿ ਲਈ ਅਸੀਂ ਤੇ ਸਿਉਂਕ ਲੱਗਣ ਹੀ ਨਹੀਂ ਦੇਣੀ, ਮਤਲਬ ਆਪਣੀ ਦੇਹੀ ਨੂੰ ਅਸੀਂ ਕਦੇ ਨਾਸ਼ ਹੋਣ ਹੀ ਨਹੀਂ ਦੇਣਾ। ਜਾਂ ਬੰਦਾ ਕਹੇ ਮੈਂ ਜਰ ਨਹੀਂ ਲੱਗਣ ਦੇਣੀ। ਹੁਣ ਬਾਪੂ ਜੀ ਕਹਿੰਦੇ ਨੇ ਵੀ ਜਰ ਤੇ ਤੇਰੇ ਸਰੀਰ ਤੇ ਆ ਹੀ ਜਾਣਾ, ਤੂੰ ਜੋ ਮਰਜ਼ੀ ਕਰ ਲੈ। ਜ਼ਰ ਮਤਲਬ ਬੁਢੇਪਾ, ਜਰ ਮਤਲਬ ਜੰਗਾਲ। ਇਹ ਬੁਢੇਪਾ, ਇਹ ਜੰਗਾਲ ਐਸਾ ਹੈ ਜਿੰਨੇ ਆਉਣਾ ਹੀ ਆਉਣਾ, ਤੂੰ ਜਿੰਨਾ ਮਰਜ਼ੀ ਰੋਕ ਕੇ ਰੱਖਣ ਦੀ ਕੋਸ਼ਿਸ਼ ਕਰ ਲੈ। ਹੁਣ ਸਾਹਿਬ ਜੀ ਨੇ ਆਖਿਆ, ਇੱਕ ਤੇ ਕਾਇਆ ਕੱਚੀ ਆ, ਦੂਜਾ ਆਪਣੇ ਸਰੀਰ ਉੱਤੇ। ਹੁਣ ਮੰਨ ਲਓ ਇਨਸਾਨ ਦਰਵਾਜ਼ਾ ਜਿਹਨੂੰ ਸਿਉਂਕ ਲੱਗੀ ਹੋਈ ਹੈ, ਹੁਣ ਦਿਸ ਰਿਹਾ ਵੀ ਕੱਚਾ ਹੈ, ਹੁਣ ਉਹਦੇ ਉੱਤੇ ਭਰੋਸਾ ਰੱਖ ਕੇ ਬੰਦਾ ਕਵੇ ਵੀ ਮੈਂ ਤੇ ਘਰ ਦੀ ਰਖਵਾਲੀ ਇਸ ਦਰਵਾਜ਼ੇ ਦੇ ਭਰੋਸੇ ਤੇ ਛੱਡ ਕੇ ਚੱਲਾਂ, ਕੋਈ ਆਵੇ ਤੇ ਉਹਨੂੰ ਨਾ ਤੋੜਨ ਦੀ ਲੋੜ ਨਾ ਕੁਝ ਕਰਨ ਦੀ। ਉਹ ਮਾੜਾ ਜਿਹਾ ਕਿਸੇ ਨੇ ਹੱਥ ਲਾ ਕੇ ਉਹਨੂੰ ਧੱਕਾ ਮਾਰਿਆ, ਉਹਨੂੰ ਡਿੱਗ ਪੈਣਾ। ਉਹਦੇ ਉੱਤੇ ਭਰੋਸਾ ਰੱਖ ਕੇ ਕਦੇ ਘਰ ਦੀ ਰਾਖੀ ਨਹੀਂ ਹੁੰਦੀ। ਜਿਹੜਾ ਦਰਵਾਜ਼ਾ ਜਦੋਂ ਡਿੱਗਣ ਦਾ ਪਤਾ ਹੀ ਨਹੀਂ ਵੀ ਕਿਹੜੇ ਵੇਲੇ ਡਿੱਗ ਪੈਣਾ, ਇਨਸਾਨ ਕਦੇ ਇੰਨਾ ਅਵੇਸਲਾ ਨਹੀਂ ਹੁੰਦਾ ਵੀ ਮੈਂ ਉਸ ਦਰਵਾਜ਼ੇ ਦੇ ਉੱਤੇ ਭਰੋਸਾ ਰੱਖ ਕੇ ਤੇ ਆਪਣਾ ਘਰ ਉਸ ਦਰਵਾਜ਼ੇ ਦੀ ਆਸ ਤੇ ਛੱਡ ਕੇ ਜਾਵਾਂ। ਕਿੱਡਾ ਸੁਚੇਤ ਹੈ ਸੰਸਾਰਕ ਤੌਰ ਤੇ। ਪਰ ਮਾਲਕ ਜੀ ਕਹਿੰਦੇ ਜਦੋਂ ਜੀਵਨ ਦੀ ਬਾਤ ਆਉਂਦੀ, ਉਦੋਂ ਜਿੰਨਾ ਸੰਸਾਰਕ ਤੌਰ ਤੇ ਸੁਚੇਤ ਹੈ, ਓਨਾ ਹੀ ਆਪਣੇ ਜੀਵਨ ਲਈ ਅਵੇਸਲਾ ਹੈ। ਇੱਕ ਪਾਸਿਓਂ ਸੁਚੇਤ ਹੈ ਸੰਸਾਰਕ ਤੌਰ ਤੇ, ਕਦੇ ਘਰ ਦੇ ਦਰਵਾਜ਼ੇ ਨੂੰ ਪਤਾ ਲੱਗ ਜੇ ਨਾ ਮਾੜਾ ਜਿਹਾ ਵੀ ਇਹ ਡਿੱਗਣ ਵਾਲਾ, ਤੇ ਉਸੇ ਵੇਲੇ ਲਿਆ ਕੇ ਦੂਜਾ ਲਵਾ ਦਿੰਦਾ ਵੀ ਕਿਤੇ ਘਰ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਤੇ ਆਪਣੀ ਕਾਇਆ ਜਦੋਂ ਆਪਣੇ ਸਰੀਰ ਦੀ ਗੱਲ ਆਉਂਦੀ ਹੈ, ਆਪਣੇ ਜੀਵਨ ਦੀ ਬਾਤ ਆਉਂਦੀ ਹੈ, ਇੱਧਰ ਓਨਾ ਹੀ ਜ਼ਿਆਦਾ ਅਵੇਸਲਾ ਹੈ ਜਿੰਨਾ ਬਾਹਰੀ ਤੌਰ ਉੱਤੇ ਸੁਚੇਤ ਹੈ। ਹੁਣ ਪਤਾ ਹੈ ਇਸ ਜ਼ਿੰਦਗੀ ਨੇ ਮੁੱਕ ਜਾਣਾ, ਕਿਹਨੂੰ ਨਹੀਂ ਪਤਾ ਕਿ ਇਹ ਜੀਵਨ ਨੇ ਮੁੱਕਣਾ। ਬੱਚੇ ਤੋਂ ਬੱਚਾ, ਨਿੱਕੇ ਤੋਂ ਨਿੱਕਾ ਵੀ ਜਾਣਦਾ ਹੈ ਕਿ ਜੀਵਨ ਨੇ ਮੁੱਕ ਜਾਣਾ, ਪਰ ਕਿੰਨਾ ਕੁ ਸੁਚੇਤ ਹੋਇਆ? ਇਹਨੂੰ ਅਵੇਸਲਾਪਣ ਕਹਿੰਦੇ। ਜਿਸ ਘਰ ਦੇ ਲੱਗੇ ਦਰਵਾਜ਼ੇ ਨੂੰ ਅਜੇ ਪਤਾ ਹੈ ਵੀ ਇਹਨੇ 2 ਸਾਲ 4 ਕੱਢ ਜਾਣੇ, ਬੰਦਾ ਕਹਿੰਦਾ ਵੀ ਕੋਈ ਗੱਲ ਨਹੀਂ ਬਦਲ ਦਿਓ, ਐਵੇਂ ਕੱਲ ਨੂੰ ਨੁਕਸਾਨ ਹੋਏਗਾ, ਉਹਨੂੰ ਬਦਲਣ ਲਈ ਤਿਆਰ ਹੈ। ਤੇ ਜਿਹੜੀ ਜ਼ਿੰਦਗੀ ਦਾ ਪਲ ਦਾ ਨਹੀਂ ਪਤਾ, ਉਹਨੂੰ ਸਵਾਰਨ ਬਾਰੇ ਕਦੇ ਸੋਚਿਆ ਹੀ ਨਹੀਂ। ਕਾਇਆ ਕੱਚੀ ਕੱਚਾ ਚੀਰ ਹੰਡਾਏ। ਫਿਰ ਸਾਹਿਬ ਕਹਿੰਦੇ ਦੂਜੇ ਲਾਗੀ ਮਹਿਲ ਨਾ ਪਾਏ। ਹੁਣ ਇਹ ਲੱਗਿਆ ਵੀ ਦੂਜੇ ਪਾਸੇ ਹੋਇਆ ਨਾ, ਇਹਨੇ ਜ਼ਿੰਦਗੀ ਸਵਾਰਨ ਦੀ ਤੇ ਗੱਲ ਕੀਤੀ ਹੋਈ ਨਹੀਂ, ਜਾਂ ਜ਼ਿੰਦਗੀ ਵਿੱਚ ਰੱਬ ਦੀ ਤੇ ਬਾਤ ਕੀਤੀ ਹੋਈ ਨਹੀਂ। ਸਾਰੀ ਜ਼ਿੰਦਗੀ ਫਿਰ ਵੀ ਮਾਇਆ ਮਾਇਆ ਕਰਦਾ ਹੀ ਭੱਜਿਆ ਫਿਰਿਆ, ਮਾਇਕ ਪਦਾਰਥਾਂ ਪਿੱਛੇ ਹੀ ਦੌੜਿਆ ਫਿਰਿਆ। ਪਤਾ ਵੀ ਇਹ ਜ਼ਿੰਦਗੀ ਨੇ ਮੁੱਕ ਜਾਣਾ ਹੈ, ਤੇ ਜਿਹੜੇ ਵਸਤਰ ਮੈਂ ਆਪਣੀ ਜ਼ਿੰਦਗੀ ਵਿੱਚ ਹੰਢਾ ਰਿਹਾ, ਇਹਨਾਂ ਨੇ ਵੀ ਛੇਤੀ ਹੀ ਪਾੜ ਜਾਣਾ, ਇਹ ਵੀ ਸਦੀਵ ਰਹਿਣ ਵਾਲੇ ਨਹੀਂ। ਇਹ ਤੇ ਉਹ ਹਾਲਾਤ ਨੇ ਵੀ ਕਾਇਆ ਪਹਿਲੋਂ ਗਲ ਚੁੱਕੀ
ਤੇ ਸਰੀਰ ਉੱਤੇ ਵਸਤਰ ਪਾਏ ਕਾਗਜ਼ ਦੇ ਬਣਾ ਕੇ। ਹੁਣ ਜਿਹੜਾ ਕਾਗਜ਼ ਦੇ ਕੱਪੜੇ ਪਾਵੇ ਤੇ ਜਾ ਕੇ ਕਾਗਜ਼ ਦੇ ਕੱਪੜੇ ਪਾ ਕੇ ਤੇ ਬਾਰਿਸ਼ ਵਿੱਚ ਲੱਗ ਜੇ ਫਿਰਨ, ਕਿੰਨੀ ਕੁ ਆਸ ਲਾ ਸਕਦੇ ਆ ਵੀ ਕਿੰਨਾ ਕੁ ਚਿਰ ਆਪਣੇ ਸਰੀਰ ਦਾ ਨੰਗੇਜ ਢੱਕ ਸਕਦਾ। ਆਪਣੀ ਤਨ ਉੱਤੇ ਪੇਪਰ ਦੇ ਕਾਗਜ਼ ਦੇ ਵਸਤਰ ਪਾ ਕੇ ਬਾਰਿਸ਼ ਵਿੱਚ ਚੱਲਣ ਵਾਲਾ ਆਪਣੇ ਸਰੀਰ ਦੇ ਨੰਗੇਜ ਨੂੰ ਕਦੇ ਢੱਕ ਨਹੀਂ ਸਕਦਾ। ਇਸੇ ਤਰ੍ਹਾਂ ਆਪਣੀ ਜ਼ਿੰਦਗੀ ਦੇ ਅੰਦਰ ਚੰਦ ਪਦਾਰਥਾਂ ਦੇ ਉੱਤੇ ਭਰੋਸਾ ਰੱਖ ਕੇ ਵੀ ਮੈਂ ਇਹਨਾਂ ਦੇ ਆਧਾਰ ਉੱਤੇ ਆਪਣਾ ਜੀਵਨ ਸਫਲ ਕਰਕੇ ਜਾਵਾਂਗਾ, ਉਹ ਆਸ ਰੱਖਣ ਵਾਲਾ ਆਪਣੀ ਪੱਤ ਆਪਣੀ ਇੱਜ਼ਤ ਰੱਬ ਦੇ ਦਰਬਾਰ 'ਚ ਢੱਕ ਨਹੀਂ ਸਕਦਾ। ਰੱਬੀ ਦਰ ਉੱਤੇ ਪੱਤ ਵਾਲੇ ਇੱਜ਼ਤ ਵਾਲੇ ਉਹ ਬਣੇ ਜਿਨ੍ਹਾਂ ਦੇ ਕੋਲ ਪ੍ਰੇਮ ਪਟੋਲਾ ਤੈਂ ਸ਼ਹ ਦਿੱਤਾ ਢੱਕਣ ਕੂ ਪੱਤ ਮੇਰੀ, ਦਾਨਾ ਬੀਨਾ ਸਾਈਂ ਮੈਂਡਾ ਨਾਨਕ ਸਾਰਨਾ ਜਾਣਾ ਤੇਰੀ। ਜਿਨ੍ਹਾਂ ਦੇ ਕੋਲ ਪ੍ਰੇਮ ਰੂਪੀ ਵਸਤਰ ਸੀ ਉਹਨਾਂ ਨੇ ਆਪਣਾ ਨੰਗੇਜ ਰੱਬ ਜੀ ਦੇ ਦਰ ਉੱਤੇ ਢੱਕ ਲਿਆ, ਉਹ ਪੱਤ ਵਾਲੇ ਤੇ ਇੱਜ਼ਤ ਵਾਲੇ ਬਣ ਗਏ। ਤੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਵਸਤਰ ਚੰਦ ਪਦਾਰਥਾਂ ਤੇ ਚੰਦ ਟਕਿਆਂ ਵਾਲੇ ਧਾਰਨ ਕੀਤੇ, ਉਹ ਰੱਬੀ ਦਰ ਉੱਤੇ ਆਪਣੀ ਇੱਜ਼ਤ ਤੇ ਆਪਣੇ ਪੱਤ ਨੂੰ ਢੱਕ ਨਹੀਂ ਸਕੇ, ਉਹ ਬੇਪੱਤ ਹੋ ਗਏ। ਠੀਕ ਉਸੇ ਤਰ੍ਹਾਂ ਜਿਵੇਂ ਸੰਸਾਰਕ ਤੌਰ ਉੱਤੇ ਕਾਗਜ਼ ਦੇ ਕੱਪੜੇ ਪਾਉਣ ਵਾਲਾ ਜੀਵ ਆਪਣੀ ਇੱਜ਼ਤ ਨੂੰ ਢੱਕ ਨਹੀਂ ਸਕਿਆ। ਫਿਰ ਦੂਜੇ ਲਾਗੀ ਮਹਿਲ ਨਾ ਪਾਏ। ਸਾਹਿਬ ਕਹਿੰਦੇ ਦੂਜੇ ਪ੍ਰੇਮ ਵਿੱਚ ਲੱਗੀ ਹੋਈ ਇਹ ਜੀਵ ਇਸਤਰੀ ਰੱਬੀ ਮਹਿਲ ਤੋਂ ਰੱਬੀ ਘਰ ਤੋਂ ਸਖਣੀ ਰਹਿ ਜਾਂਦੀ ਹੈ। ਫਿਰ ਜਦੋਂ ਘਰ ਤੋਂ ਸਖਣੀ ਹੋ ਜਾਏ, ਹੁਣ ਅਨ ਦਿਨ ਜਲਦੀ ਫਿਰੈ ਦਿਨ ਰਾਤੀ, ਹੁਣ ਕਹਿੰਦੇ ਦਿਨ ਰਾਤ ਸੜਦੀ ਫਿਰਦੀ ਹੈ। ਬਿਨ ਪਿਰ ਬਹੁਤ ਦੁੱਖ ਪਾਵਣਿਆ, ਆਪਣੇ ਖਸਮ ਤੋਂ ਬਿਨਾ ਪਰਮੇਸ਼ਵਰ ਤੋਂ ਬਿਨਾ ਹੁਣ ਬਹੁਤ ਦੁੱਖ ਇਹ ਜੀਵ ਇਸਤਰੀ ਆਪਣੇ ਉੱਤੇ ਖੰਡਾਉਂਦੀ ਹੈ। ਦੇਹੀ ਜਾਤ ਨਾ ਆਗੇ ਜਾਏ, ਜਿੱਥੈ ਲੇਖਾ ਮੰਗੀਐ ਤਿੱਥੈ ਛੁਟੈ ਸੱਚ ਕਮਾਏ। ਸਤਿਗੁਰ ਸੇਵਨ ਸੇ ਧਨਵੰਤੇ, ਐਥੈ ਉਥੈ ਨਾਮ ਸਮਾਵਣਿਆ। ਗੁਰੂ ਸਾਹਿਬ ਜੀ ਦਾ ਇੱਕ ਪਾਵਨ ਬਚਨ ਹੈ, ਕਹਿੰਦੇ ਅੱਗੇ ਜ਼ਾਤ ਨਾ ਜ਼ੋਰ ਹੈ ਅੱਗੇ ਜੀਓ ਨਵੇਂ, ਜਿਨ ਕੀ ਲੇਖੈ ਪਤ ਪਵੈ ਚੰਗੇ ਸਹੀ ਕੇ। ਜਾਂ ਸਾਹਿਬ ਜੀ ਕਹਿੰਦੇ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੈ ਦੇ। ਮਿਲਣਾ ਤੇ ਉਹੀ ਹੈ ਜੋ ਖੱਟਿਆ ਤੇ ਜੋ ਘਾਲਿਆ। ਅੱਗੇ ਜ਼ਾਤ ਨਾ ਜ਼ੋਰ ਹੈ। ਆ ਸਰੀਰਕ ਤੌਰ ਤੇ ਸੰਸਾਰਕ ਤੌਰ ਉੱਤੇ ਮੇਰੇ ਕੋਲ ਬਹੁਤ ਸੱਤਾ, ਰੱਬ ਦੇ ਦਰ ਤੇ ਨਹੀਂ ਚੱਲਣੀ, ਭਾਵੇਂ ਇੱਥੇ ਬਾਦਸ਼ਾਹ ਕਿਉਂ ਨਾ ਹੋਵੇ, ਇੱਥੇ ਦੁਨੀਆ ਤੇ ਰਾਜ ਕਰਨ ਵਾਲਾ ਕਿਉਂ ਨਾ ਹੋਵੇ, ਰੱਬੀ ਦਰ ਤੇ ਨਹੀਂ ਰਾਜ ਚੱਲਣਾ। ਵੀ ਦੁਨੀਆ ਦੇ ਉੱਤੇ ਦੁਨੀਆ ਦਾ ਰਾਜਾ ਜਿਸ ਪਾਸੇ ਵੀ ਜੋ ਚਾਹਵੇ ਆਪਣੀ ਮਰਜ਼ੀ ਨਾਲ ਕਰਵਾ ਸਕਦਾ ਹੈ। ਜਿਹੜਾ ਬੰਦਾ ਦੁਨੀਆ ਦੇ ਉੱਤੇ ਰਾਜਾ ਬਣ ਕੇ ਆਪਣੀ ਮਰਜ਼ੀ ਨਾਲ ਹਰ ਕਰਮ ਕਰਵਾ ਸਕ, ਜਦੋਂ ਚਾਹਵੇ ਦੰਗੇ ਕਰਾ ਦੇ, ਜਦੋਂ ਚਾਹਵੇ ਲੜਾਈ ਝਗੜਾ ਕਰਾ ਦੇ, ਜਦੋਂ ਚਾਹਵੇ ਲੋਕਾਂ ਨੂੰ ਮਰਵਾ ਦੇ, ਜਦੋਂ ਚਾਹਵੇ ਲੋਕਾਂ ਦੇ ਮਨ ਅੰਦਰ ਜ਼ਿੰਦਗੀ ਦੀ ਆਸ ਪੈਦਾ ਕਰ ਦੇ। ਹੁਣ ਜੇ ਕੋਈ ਰਾਜਾ ਐਸਾ ਬਣ ਕੇ ਵੀ ਬੈਠਾ ਹੈ ਤੇ ਮਾਲਕ ਜੀ ਕਹਿੰਦੇ ਅੱਗੇ ਜ਼ਾਤ, ਹੁਣ ਜ਼ਾਤ ਮਤਲਬ ਸੰਸਾਰਕ ਤੌਰ ਉੱਪਰਲੀ ਜਾਤ, ਵੀ ਆਖੇ ਮੈਂ ਤੇ ਬਹੁਤ ਵੱਡੀ ਜਾਤ ਵਾਲਾ ਆ, ਨਹੀਂ ਚੱਲਣੀ। ਨਾ ਜ਼ੋਰ ਹੈ ਨਾ ਅੱਗੇ ਜ਼ੋਰ ਚੱਲ, ਦੋਵੇਂ ਚੀਜ਼ਾਂ ਤੋਂ ਇੱਕ ਵੀ ਚੀਜ਼ ਨਹੀਂ ਚੱਲਣੀ, ਨਾ ਤੇ ਤੇਰੀ ਸੱਤਾ ਚੱਲਣੀ ਨਾ ਤੇਰੀ ਜ਼ਾਤ ਚੱਲਣੀ। ਕਿਉਂਕਿ ਅੱਗੇ ਜੀਓ ਨਵੇਂ, ਅੱਗੇ ਤੇ ਉਹ ਬੰਦਿਆਂ ਨਾਲ ਵਾਹ ਪੈਣਾ ਜਾਂ ਉਹਨਾਂ ਸ਼ਖਸੀਅਤਾਂ ਨਾਲ ਵਾਹ ਪੈਣਾ ਜਿਹੜੇ ਤੇਰੇ ਵਾਸਤੇ ਨਵੇਂ ਨੇ, ਜਾਂ ਇਉਂ ਕਹਿ ਲਓ ਜਿਨ੍ਹਾਂ ਨੂੰ ਤੂੰ ਕਦੇ ਪਹਿਲਾਂ ਮਿਲਿਆ ਹੀ ਨਹੀਂ। ਫਿਰ ਸਾਹਿਬ ਕਹਿੰਦੇ ਨਾਨਕ ਅੱਗੇ ਸੋ ਮਿਲੈ, ਅੱਗੇ ਮਿਲਣਾ ਤੇ ਸੱਜਣਾ ਉਹੀ ਹੈ ਜੋ ਕੁਝ ਤੂੰ ਖੱਟਿਆ ਤੇ ਜੋ ਤੂੰ ਘਾਲਿਆ। ਮਤਲਬ ਫਲ ਤੇ ਉਹੀ ਭੋਗੇਗਾ ਨਾ ਜੋ ਕੁਝ ਤੂੰ ਖੱਟਿਆ ਹੈ, ਜਿਹੜੀ ਘਾਲਣਾ ਕੀਤੀ ਹੈ ਸੱਜਣਾ ਉਦਾਂ ਦਾ ਫਲ ਹਾਸਲ ਕਰੇਗਾ। ਹੁਣ ਸਾਹਿਬ ਕਹਿੰਦੇ ਦੇਹੀ ਜਾਤ ਨਾ ਆਗੇ ਜਾਏ, ਇਹ ਨਹੀਂ ਅੱਗੇ ਜਾਂਦੀ। ਇੱਥੇ ਰਹਿੰਦਾ ਹੋਇਆ ਭਾਵੇਂ ਤੂੰ ਉੱਚ ਆਪਣੇ ਆਪ ਨੂੰ ਉੱਚੀ ਜਾਤੀ ਦਾ ਜਿਹੜਾ ਮਰਜ਼ੀ ਸੱਦੀ ਜਾ, ਜੋ ਮਰਜ਼ੀ ਆਖੀ ਜਾ ਵੀ ਮੈਂ ਤੇ ਭਾਈ ਫਲਾਣੀ ਜਾਤ ਵਾਲਾ ਆ, ਮੈਂ ਤੇ ਫਲਾਣੀ ਕੁੱਲ ਦੇ ਵਿੱਚੋਂ, ਸਾਡੀ ਕੁੱਲ ਦੇ ਤੇ ਵੱਡੇ ਵੱਡੇ ਮਹਾਂਪੁਰਸ਼ ਹੋਏ ਨੇ, ਜੋ ਮਰਜ਼ੀ ਕਹੀ ਚੱਲ।
ਸਾਹਿਬ ਕਹਿੰਦੇ ਦੇਹੀ ਜਾਤ ਨਾ ਆਗੇ ਜਾਏ, ਅੱਗੇ ਨਹੀਂ ਉਹ ਇਹਨਾਂ ਚੋਂ ਕੁਝ ਵੀ। ਉੱਥੇ ਜਾ ਕੇ ਜਾਂ ਅਗਾਂਹ ਜਾ ਕੇ ਤੂੰ ਇਹ ਨਹੀਂ ਆਖ ਸਕਦਾ ਵੀ ਮੈਂ ਤੇ ਫਲਾਣੀ ਕੁੱਲ ਚੋਂ ਆਇਆ ਵੀ ਮੈਨੂੰ ਛੱਡ ਦਿਓ। ਨਹੀਂ, ਉਹ ਇੱਥੇ ਹੀ ਚੱਲਦਾ ਵੀ ਮੈਨੂੰ ਫਲਾਣੇ ਨੇ ਭੇਜਿਆ ਤੇ ਮੈਨੂੰ ਛੱਡ ਦਿਓ, ਜਾਂ ਮੈਂ ਫਲਾਣੀ ਕੁੱਲ ਨਾਲ ਸੰਬੰਧ ਰੱਖਦਾ ਤੇ ਮੈਨੂੰ ਛੱਡ ਦਿਓ। ਇੱਥੇ ਚੱਲੀ ਜਾਂਦਾ। ਪਰ ਰੱਬੀ ਦਰ ਉੱਤੇ ਇਹ ਨਹੀਂ ਚੱਲਣਾ। ਰੱਬੀ ਦਰ ਉੱਤੇ ਤੇਰੀ ਦੇਹੀ ਨਾਲ ਸੰਬੰਧ ਕੁਝ ਨਹੀਂ ਚੱਲਣਾ। ਰੱਬੀ ਦਰ ਉੱਤੇ ਕੀ ਚੱਲੇਗਾ? ਸਾਹਿਬ ਕਹਿੰਦੇ ਜਿੱਥਾ ਲੇਖਾ ਮੰਗੀ ਹੈ ਤਿੱਥੇ ਛੁੱਟੇ ਸੱਚ ਕਮਾਏ। ਉੱਥੇ ਤੇ ਤੈਨੂੰ ਇਹ ਪੁੱਛਿਆ ਜਾਣਾ, ਦੱਸ ਸੱਚ ਕਿੰਨਾ ਕੁ ਕਮਾਇਆ, ਤੇ ਸੱਚ ਦੇ ਆਧਾਰ ਉੱਤੇ ਤੈਨੂੰ ਛੱਡਿਆ ਜਾਣਾ। ਜੇ ਸੱਚ ਹੋਇਆ ਤੇ ਛੱਡਿਆ ਜਾਏਗਾ, ਬਚ ਜਾਏਗਾ, ਤੇ ਜੇ ਸੱਚ ਨਾ ਹੋਇਆ ਤੇ ਫਿਰ ਮਾਰਿਆ ਜਾਏਗਾ। ਕਿਉਂਕਿ ਸਾਹਿਬ ਦੇ ਦਰ ਉੱਤੇ ਮਾਲਕ ਜੀ ਇੱਕ ਪਾਵਨ ਬਚਨ ਵਰਤਦਿਆਂ ਕਹਿੰਦੇ ਕਿ ਮਾਨਸਾ ਕਿਆ ਦੀ ਬਾਣੋ ਕੋਈ ਨਸ ਭੱਜ ਨਿਕਲੈ, ਹਰ ਕਿਆ ਦੀ ਬਾਣੋ ਕੋਈ ਕਿੱਥੇ ਜਾਇਆ। ਦੁਨਿਆਵੀ ਕਚਹਿਰੀਆਂ ਵਿੱਚੋਂ ਤੇ ਲੋਕੀ ਝੂਠ ਸੱਚ ਬੋਲ ਕੇ ਲੰਘ ਜਾਂਦੇ ਨੇ, ਆਪਣੇ ਆਪ ਨੂੰ ਬਚਾ ਲੈਂਦੇ ਨੇ, ਪਰ ਜਿੱਦਣ ਰੱਬ ਦੀ ਕਚਹਿਰੀ ਲੱਗਦੀ ਨਾ, ਉੱਥੇ ਕੇਵਲ ਸੱਚ ਤੋਲਿਆ ਜਾਂਦਾ ਹੈ, ਉੱਥੇ ਸੱਚ ਬੋਲਿਆ ਜਾਂਦਾ ਹੈ, ਤੇ ਉੱਥੇ ਇਨਸਾਫ ਸੱਚ ਦਾ ਹੀ ਹੁੰਦਾ ਹੈ, ਉੱਥੇ ਕਿਸੇ ਨਾਲ ਬੇਇਨਸਾਫੀ ਨਹੀਂ ਹੁੰਦੀ। ਤੇ ਜਿੱਦਣ ਰੱਬ ਕਚਹਿਰੀ ਲਾਉਂਦਾ ਫਿਰ ਉਦਣ ਫੈਸਲਾ ਵੀ ਰੱਬ ਦਾ, ਉਦਣ ਵਕਾਲਤ ਵੀ ਰੱਬ ਦੀ, ਉਦਣ ਜੱਜ ਰੱਬ ਹੀ ਜੱਜ ਹੈ। ਉਦਣ ਜੋ ਫੈਸਲਾ ਰੱਬ ਕਰੇਗਾ ਉਸੇ ਆਧਾਰ ਉੱਤੇ ਫਿਰ ਮੰਨਣਾ ਪੈਂਦਾ। ਭਾਵੇਂ ਜੀਵ ਕਰਲਾਉਂਦਾ ਕਿਉਂ ਨਾ ਰਹਿ ਜਾਏ, ਪਰ ਰੱਬ ਦੇ ਫੈਸਲੇ ਤੋਂ ਫਿਰ ਕੋਈ ਮੁਨਕਰ ਨਹੀਂ ਹੋ ਸਕਦਾ। ਇਸ ਲਈ ਭਲਾ ਇਸੇ 'ਚ ਹੀ ਹੈ ਕਿ ਜ਼ਿੰਦਗੀ ਭਾਵੇਂ ਥੋੜੀ ਹੈ, ਦੇਹੀ ਰੱਬ ਜੀ ਨੇ ਭਾਵੇਂ ਥੋੜੇ ਸਮੇਂ ਲਈ ਦਿੱਤੀ ਹੈ, ਇਸ ਦੇਹੀ ਨਾਲ ਅਸੀਂ ਸੱਚ ਕਮਾਈਏ ਤਾਂ ਜੋ ਜਿੱਦਣ ਰੱਬ ਜੀ ਇਨਸਾਫ ਕਰਨ ਉਦਣ ਸਾਨੂੰ ਕਰਲਾਉਣਾ ਤੇ ਤੜਫਣਾ ਨਾ ਪਏ। ਉਦਣ ਅਸੀਂ ਰੱਬ ਜੀ ਦੇ ਫੈਸਲੇ ਦੇ ਉੱਤੇ ਪ੍ਰਸੰਨਤਾ ਸਹਿਤ ਹਾਂ ਵਿੱਚ ਹਾਮੀ ਭਰੀਏ ਕਿ ਰੱਬ ਜੀਓ ਸਾਨੂੰ ਤੁਹਾਡਾ ਫੈਸਲਾ ਮਨਜ਼ੂਰ ਹੈ, ਕਿਉਂਕਿ ਅਸੀਂ ਆਪਣੇ ਜੀਵਨ ਅੰਦਰ ਸੱਚ ਕਮਾਇਆ। ਮਾਲਕ ਜੀ ਕਹਿੰਦੇ ਦੇਹੀ ਜਾਤ ਨਾ ਆਗਿਆ ਜਾਏ, ਜਿੱਥੇ ਲੇਖਾ ਮੰਗੀ ਹੈ ਤਿੱਥੇ ਛੁੱਟੇ ਸੱਚ ਕਮਾਏ। ਫਿਰ ਸਤਿਗੁਰ ਸੇਵਨ ਸੇ ਧਨਵੰਤੇ, ਜਿਨ੍ਹਾਂ ਨੇ ਗੁਰੂ ਨੂੰ ਸੇਵਿਆ ਉਹ ਧਨਵੰਤ ਬਣ ਗਏ। ਇੱਥੇ ਉੱਥੇ ਨਾਮ ਸਮਾਵਣੇ ਆ। ਫਿਰ ਲੋਕ ਔਰ ਪਰਲੋਕ ਦੇ ਵਿੱਚ, ਇੱਥੇ ਔਰ ਉੱਥੇ ਉਹ ਜੀਵ ਨਾਮ ਵਿੱਚ ਸਮਾ ਜਾਂਦੇ, ਜਾਂ ਨਾਮ ਦੀ ਬਰਕਤ ਦੇ ਸਦਕਾ ਉਹ ਧਨਵੰਤ ਗਿਣੇ ਜਾਂਦੇ। ਜਿਹੜੀ ਦੇਹੀ ਦਾ ਜ਼ੋਰ ਉਹ ਅੱਗੇ ਵਿਖਾਉਣਾ ਚਾਹੁੰਦੇ ਸਨ ਉਹ ਨਹੀਂ ਚੱਲਿਆ। ਉੱਥੇ ਜ਼ੋਰ ਉਹ ਚੱਲਿਆ ਜਿਹੜਾ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਸਦਕਾ ਆਪਣੇ ਜੀਵਨ ਵਿੱਚ ਕਮਾਇਆ ਹੈ, ਜਾਂ ਰੱਬੀ ਰਜ਼ਾ ਵਿੱਚ, ਰੱਬੀ ਹੁਕਮ ਵਿੱਚ ਚੱਲਦੇ ਆ ਜੋ ਜ਼ੋਰ ਤੇ ਜੋ ਦੇਹੀ ਜੋ ਜ਼ਾਤ ਆਪਣੇ ਜੀਵਨ ਵਿੱਚ ਕਮਾਈ। ਕਿਉਂਕਿ ਬਾਪੂ ਜੀ ਕਹਿੰਦੇ ਸਾ ਜ਼ਾਤ ਸਾ ਪਤ ਹੈ, ਜਿਹੇ ਕਰਮ ਕਮਾਏ ਸੱਜਣਾ ਇੱਥੇ ਰਹਿੰਦੇ ਆ। ਜਿਹੜੇ ਕਰਮ ਕਮਾਏ ਨੇ ਨਾ, ਉਹੀ ਜ਼ਾਤ ਤੇ ਉਹੀ ਪਤ ਉਸ ਰੱਬ ਦੇ ਦਰ ਉੱਤੇ ਵਾਚੀ ਜਾਣੀ ਹੈ। ਤੇ ਇਹ ਵੇਖ ਵੀ ਤੂੰ ਇੱਥੇ ਰਹਿੰਦੇ ਆ ਭਲਾ ਕਿੰਨਾ ਕੁ ਕੀਤਾ ਤੇ ਲੋਕਾਂ ਦਾ ਬੁਰਾ ਕਿੰਨਾ ਕੁ ਕੀਤਾ। ਇੱਥੇ ਰਹਿ ਕੇ ਤੂੰ ਆਪਣੇ ਜੀਵਨ ਦੇ ਅੰਦਰ ਸੱਚ ਕਿੰਨਾ ਕੁ ਕਮਾਇਆ ਤੇ ਝੂਠ ਦੇ ਆਧਾਰ ਉੱਤੇ ਜੀਵਨ ਕਿੰਨਾ ਕੁ ਲੰਘਾਇਆ। ਇਸੇ ਆਧਾਰ ਉੱਤੇ ਰੱਬੀ ਦਰ ਉੱਤੇ ਫੈਸਲਾ ਕੀਤਾ ਜਾਣਾ। ਮਤਲਬ ਫਲ ਇਸੇ ਆਧਾਰ ਤੇ ਮਿਲਣਾ, ਤੂੰ ਸੱਚ ਕਿੰਨਾ ਕਮਾਇਆ ਤੇ ਝੂਠ ਕਿੰਨਾ ਕਮਾਇਆ। ਲੋਕਾਂ ਨਾਲ ਜਬਰੀ ਜ਼ੁਲਮ ਲੋਕਾਂ ਦੇ ਉੱਤੇ ਕਿੰਨਾ ਕੀਤਾ ਤੇ ਲੋਕਾਂ ਤੇ ਦਇਆ ਕਿੰਨੀ ਕੀਤੀ, ਇਸੇ ਆਧਾਰ ਉੱਤੇ ਫੈਸਲਾ ਹੋਣਾ। ਤੇ ਜਿਨ੍ਹਾਂ ਜੀਵਾਂ ਨੇ ਗੁਰੂ ਨੂੰ ਸੇਵਦਿਆਂ ਆਪਣੀ ਜ਼ਿੰਦਗੀ ਵਿੱਚ ਸੱਚ ਕਮਾਇਆ, ਸਾਹਿਬ ਕਹਿੰਦੇ ਧਨਵੰਤ ਵੀ ਬਣ ਗਏ ਔਰ ਰੱਬੀ ਦਰ ਉੱਤੇ ਨਾਮ ਦੇ ਵਿੱਚ, ਨਾਮ ਦੇ ਰਾਹੀਂ, ਨਾਮ ਦੇ ਸਦਕਾ ਉਹ ਅਕਾਲ ਪੁਰਖ ਪਰਮੇਸ਼ਵਰ ਦੇ ਦਰ ਉੱਤੇ ਪਰਵਾਨੇ ਤੇ ਕਬੂਲੇ ਗਏ। ਪੈ ਪਾਏ ਸ਼ਿੰਗਾਰ ਬਣਾਏ, ਗੁਰ ਪ੍ਰਸਾਦੀ ਮਹਿਲ ਘਰ ਪਾਏ। ਅਨ ਦਿਨ ਸਦਾ ਰਵੈ ਦਿਨ ਰਾਤੀ, ਮਜੀਠੈ ਰੰਗ ਬਣਾਵੜਿਆ। ਹੁਣ ਸਾਹਿਬ ਨੇ ਫਿਰ ਜੀਵ ਇਸਤਰੀ ਰੂਪ ਚ ਜ਼ਿਕਰ ਕੀਤਾ। ਕਹਿੰਦੇ ਖਸਮ ਹੈ ਸਾਡਾ ਪਰਮਾਤਮਾ, ਪਤੀ ਹੈ ਸਾਡਾ ਪਰਮੇਸ਼ਵਰ, ਅਸੀਂ ਉਹਨੂੰ ਹਾਸਲ ਕਰਨਾ, ਉਹਦੇ ਮਿਲਾਪ ਦਾ ਸੁੱਖ ਮਾਨਣਾ। ਮਾਲਕ ਕਹਿੰਦੇ ਉਹਦੇ ਮਿਲਾਪ ਦਾ ਸੁੱਖ ਨਾ ਜਿਵੇਂ ਇਨਸਾਨ ਮਾਨਣਾ ਚਾਹੁੰਦਾ ਇਦਾਂ ਨਹੀਂ ਮਿਲਦਾ। ਇਹ ਜੀਵ ਇਸਤਰੀ
जिस तरह ਉਹਦੇ ਮਿਲਾਪ ਦਾ ਸੁਖ ਮੰਨਣਾ ਚਾਹੁੰਦੀ ਹੈ, ਇਹਨੂੰ ਉਦਾਂ ਨਹੀਂ ਮਿਲਣਾ। ਉਹਦੇ ਮਿਲਾਪ ਦਾ ਸੁਖ ਮੰਨਣ ਦਾ ਫਿਰ ਤਰੀਕਾ ਸਾਹਿਬ ਦੱਸ ਰਹੇ। ਮਾਲਕ ਜੀ ਕਹਿੰਦੇ ਭੈ ਭਾਏ ਸ਼ਿੰਗਾਰ ਬਣਾਏ। ਤੂੰ ਆਪਣੇ ਪਰਮੇਸ਼ਵਰ ਨੂੰ ਭਾਉਣਾ ਚਾਹੁੰਦੀ ਹੈ, ਆਪਣੇ ਖਸਮ ਨੂੰ ਚੰਗਾ ਲੱਗਣਾ ਚਾਹੁੰਦੀ ਹੈ, ਤੇ ਫਿਰ ਆਪਣੇ ਜਿਹੜਾ ਸ਼ਿੰਗਾਰ ਹੈ ਉਹ ਇਹ ਕਰ। ਕਿਹੜਾ? ਭੈ ਔਰ ਭਾਏ, ਡਰ ਔਰ ਪ੍ਰੇਮ ਦਾ ਸ਼ਿੰਗਾਰ ਬਣਾ। ਰੱਬੀ ਡਰ ਵਿੱਚ ਰਹਿ ਤੇ ਰੱਬੀ ਪ੍ਰੇਮ ਦਾ ਸ਼ਿੰਗਾਰ ਬਣਾ। ਜਦੋਂ ਇਹ ਸ਼ਿੰਗਾਰ ਬਣਾਇਆ, ਕਹਿੰਦੇ ਗੁਰ ਪ੍ਰਸਾਦੀ ਮਹਿਲ ਘਰ ਪਾਏ। ਗੁਰੂ ਦੀ ਕਿਰਪਾ ਸਦਕਾ ਫਿਰ ਘਰ ਮਿਲ ਗਿਆ। ਕਿਹੜਾ? ਰੱਬ ਜੀ ਦਾ ਮਹਿਲ, ਘਰ ਵਿੱਚ ਥਾਂ ਮਿਲ ਗਈ, ਅਸਥਾਨ ਮਿਲ ਗਿਆ। ਗੁਰੂ ਹੀ ਹੈ ਨਾ ਜਿਹਨੇ ਵਿਚੋਲਗੀ ਕਰਨੀ ਹੈ। ਗੁਰੂ ਵਿਚੋਲਾ, ਪਰਮੇਸ਼ਵਰ ਪਤੀ ਹੈ ਤੇ ਆਪਾਂ ਜੀਵ ਇਸਤਰੀਆਂ। ਸਾਡਾ ਸੰਬੰਧ ਗੁਰੂ ਨੇ ਬਣਾਉਣਾ ਹੈ ਤੇ ਸਾਨੂੰ ਪਰਮੇਸ਼ਵਰ ਨੂੰ ਚੰਗਿਆਂ ਲੱਗਣ ਵਾਸਤੇ ਸ਼ਿੰਗਾਰ ਕਰਨਾ ਪਏਗਾ। ਤੇ ਸ਼ਿੰਗਾਰ ਜਿਹੜਾ ਉਹ ਕੀ ਕਰਨਾ? ਡਰ ਤੇ ਪ੍ਰੇਮ ਦਾ, ਜਿਹਨੂੰ ਬਾਪੂ ਜੀ ਬਾਣੀ 'ਚ ਕਹਿੰਦੇ ਭੈ ਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ। ਆਪਣੀਆਂ ਅੱਖਾਂ ਦੇ ਵਿੱਚ ਡਰ ਦਾ ਸੁਰਮਾ ਪਾ ਤੇ ਆਪਣੇ ਉੱਤੇ, ਆਪਣੇ ਹਿਰਦੇ ਦੇ ਉੱਤੇ ਰੱਬ ਜੀ ਦੇ ਪ੍ਰੇਮ ਦਾ, ਪਰਮੇਸ਼ਵਰ ਦੇ ਪ੍ਰੇਮ ਦਾ ਸ਼ਿੰਗਾਰ ਲਾ। ਸਾਹਿਬ ਜੀ ਕਹਿੰਦੇ ਭੈ ਭਾਏ ਸ਼ਿੰਗਾਰ ਬਣਾਏ। ਜਦੋਂ ਇਸ ਤਰ੍ਹਾਂ ਜੀਵ ਇਸਤਰੀ ਨੇ ਸ਼ਿੰਗਾਰ ਲਾਇਆ, ਫਿਰ ਗੁਰੂ ਨੇ ਕੀਤੀ ਵਿਚੋਲਗੀ। ਜਦੋਂ ਗੁਰੂ ਵਿਚੋਲਾ ਬਣ ਕੇ ਨਾ ਵਿਚੋਲਗੀ ਕਰਦਾ ਹੈ, ਫਿਰ ਸਾਹਿਬ ਕਹਿੰਦੇ ਮਹਿਲ ਘਰ ਪਾਏ। ਫਿਰ ਆ ਜੀਵ ਇਸਤਰੀ ਰੱਬ ਦਾ ਘਰ। ਹੁਣ ਰੱਬ ਦਾ ਘਰ ਮਤਲਬ ਆਪਣੇ ਖਸਮ ਦਾ ਘਰ, ਖਸਮ ਦਾ ਦਰ, ਉਹਦੇ ਦਰ ਉੱਤੇ ਪ੍ਰਵਾਨਗੀ ਫਿਰ ਇਹ ਜੀਵ ਇਸਤਰੀ ਹਾਸਲ ਕਰ ਲੈਣ। ਜਦੋਂ ਸੰਬੰਧ ਬਣ ਗਿਆ, ਜਦੋਂ ਰਿਸ਼ਤਾ ਬਣ ਗਿਆ, ਫਿਰ ਖਸਮ ਦਾ ਘਰ ਵੀ ਇਸਤਰੀ ਦਾ ਬਣ ਜਾਂਦਾ। ਹੁਣ ਮਾਲਕ ਕਹਿੰਦੇ ਜਦੋਂ ਇਹ ਜੀਵ ਇਸਤਰੀ ਦਾ ਸੰਬੰਧ ਗੁਰੂ ਨੇ ਪਰਮੇਸ਼ਵਰ ਨਾਲ ਬਣਾ ਦਿੱਤਾ, ਰੱਬੀ ਦਰ ਉੱਤੇ ਇਹ ਪ੍ਰਵਾਨੀ ਗਈ। ਫਿਰ ਅਨ ਦਿਨ ਸਦਾ ਰਵੈ ਦਿਨ ਰਾਤੀ। ਜਿਹੜੀ ਕਦੇ ਆਪਣੇ ਮਨ ਵਿੱਚ ਜੀਵ ਇਸਤਰੀ ਆਸ ਲਾ ਕੇ ਬੈਠੀ ਸੀ ਮੈਨੂੰ ਰੱਬੀ ਮਿਲਾਪ ਦਾ ਸੁੱਖ ਮਿਲੇ, ਤੇ ਮਾਲਕ ਕਹਿੰਦੇ ਜਿਸ ਦਿਨ ਦਾ ਇਹਨੇ ਡਰ ਤੇ ਪ੍ਰੇਮ ਦਾ ਸ਼ਿੰਗਾਰ ਲਾਇਆ, ਗੁਰੂ ਨੇ ਜਿਸ ਦਿਨ ਦਾ ਇਹਦਾ ਪਰਮੇਸ਼ਵਰ ਦੇ ਨਾਲ ਸੰਬੰਧ ਬਣਾਇਆ, ਉਸ ਦਿਨ ਤੋਂ ਇਹ ਜੀਵ ਇਸਤਰੀ ਹੁਣ ਦਿਨ ਰਾਤ ਉਹਦੇ ਮਿਲਾਪ ਦਾ ਸੁੱਖ ਮਾਣਦੀ ਹੈ। ਅਨ ਦਿਨ ਸਦਾ ਰਵੈ ਦਿਨ ਰਾਤੀ। ਹੁਣ ਮਜੀਠਾ ਰੰਗ ਬਣਾਵਣਿਆ। ਹੁਣ ਗੂੜੇ ਪ੍ਰੇਮ ਦੇ ਰੰਗ ਵਿੱਚ ਇਹ ਰੰਗੀ ਹੋਈ ਹੈ। ਆਪਣੇ ਖਸਮ ਦੇ, ਪਰਮੇਸ਼ਵਰ ਦੇ ਪ੍ਰੇਮ ਰੰਗ ਵਿੱਚ ਇਹ ਜੀਵ ਇਸਤਰੀ ਰੰਗੀ ਗਈ, ਕਿਉਂਕਿ ਇਹਨੇ ਆਪਣੇ ਤਨ ਉੱਤੇ ਪਹਿਲੇ ਦਿਨ, ਆਪਣੇ ਹਿਰਦੇ ਉੱਤੇ, ਆਪਣੇ ਮਨ ਉੱਤੇ ਉਹ ਸ਼ਿੰਗਾਰ ਲਾਇਆ ਸੀ ਜਿਹੜਾ ਉਸ ਪਰਮੇਸ਼ਵਰ ਦੇ ਮਨ ਨੂੰ ਭਾ ਗਿਆ, ਜਾਂ ਇਉਂ ਕਹਿ ਲਓ ਜਿਹੜਾ ਪਰਮੇਸ਼ਵਰ ਨੂੰ ਚੰਗਾ ਲੱਗ ਗਿਆ। ਸ਼ਿੰਗਾਰ ਉਹੀ ਆਪਣੇ ਤਨ ਉੱਤੇ ਲਾਇਆ। ਸਾਹਿਬ ਜੀ ਨੇ ਸਮਝਾਉਂਦਿਆਂ, ਅੱਜ ਸਾਨੂੰ ਉਪਦੇਸ਼ ਦਿੰਦਿਆਂ, ਸਾਡੇ ਹਿਰਦਿਆਂ ਨੂੰ ਰੱਬੀ ਰੰਗ ਵਿੱਚ ਰੰਗਣ ਵਾਸਤੇ ਸਾਹਿਬ ਜੀ ਪ੍ਰੇਰਿਤ ਕਰ ਰਹੇ ਕਿ ਸਾਡੀ ਕਾਇਆ ਦੇ ਉੱਤੇ ਉਹ ਅਕਾਲ ਪੁਰਖ ਪਰਮੇਸ਼ਵਰ ਜੀ ਕਿਰਪਾ ਕਰਕੇ ਇਸ ਕਾਇਆ ਵਿੱਚ ਰਹਿੰਦਿਆਂ ਸਾਡੇ ਹਿਰਦਿਆਂ ਦੇ ਉੱਤੇ ਪ੍ਰੇਮ ਦਾ ਰੰਗ ਰੰਗਿਆ ਜਾਏ, ਪ੍ਰੇਮ ਦਾ ਰੰਗ ਲੱਗ ਜਾਏ, ਜਿਹਨੂੰ ਮਾਲਕ ਜੀ ਕਹਿੰਦੇ ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ। ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ। ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ। ਸਾਡਾ ਸਿਰਫ ਮਕਸਦ ਇਹ ਹੈ ਕਿ ਅਸੀਂ ਰੱਬ ਜੀ ਨੂੰ ਚੰਗੇ ਲੱਗ ਜਾਈਏ। ਜਦਣ ਪਰਮੇਸ਼ਵਰ ਨੂੰ ਅਸੀਂ ਜੀਵ ਰੂਪੀ ਇਸਤਰੀਆਂ ਭਾ ਜਾਵਾਂਗੀਆਂ, ਫਿਰ ਆਪੇ ਹੀ ਰਾਵੇ। ਉਹ ਆਪ ਹੀ ਆਪਣੇ ਮਿਲਾਪ ਦਾ ਸੁੱਖ ਸਾਡੀ ਝੋਲੀ ਵਿੱਚ ਪਾ ਦਿੰਦਾ ਹੈ, ਆਪੇ ਹੀ ਆਪਣਾ ਮੇਲ ਸਾਨੂੰ ਬਖਸ਼ ਦਿੰਦਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਅੱਜ ਗੁਰੂ ਅਮਰਦਾਸ ਪਾਤਸ਼ਾਹ ਇਹਨਾਂ 4 ਪਦਿਆਂ ਵਿੱਚ ਸਾਨੂੰ ਉਪਦੇਸ਼ ਦਿੰਦਿਆਂ ਸਮਝਾਉਂਦੇ ਕਿ ਆਪਣਾ ਆਪਾ ਰੰਗਣਾ ਹੈ, ਕਿਉਂਕਿ ਇਹਦੀ ਦੇਹੀ ਦੀ ਜ਼ਾਤ ਤੇ ਜ਼ੋਰ ਅੱਗੇ ਨਹੀਂ ਚੱਲਦਾ। ਉਹਦੇ ਦਰ ਉੱਤੇ ਤੇ ਸੱਚ ਕਮਾ ਕੇ ਹੀ ਬਚਿਆ ਜਾ ਸਕਦਾ ਹੈ, ਸੱਚ ਦੇ ਆਧਾਰ ਉੱਤੇ ਹੀ ਨਬੇੜਾ ਹੁੰਦਾ ਹੈ। ਤੇ ਜਿਹੜੀ ਜੀਵ ਇਸਤਰੀ ਭੈ ਔਰ ਪ੍ਰੇਮ ਦਾ ਸ਼ਿੰਗਾਰ ਕਰ ਲੈਂਦੀ ਹੈ, ਉਹ ਫਿਰ ਰੱਬ ਜੀ ਦੇ ਦਰ ਉੱਤੇ ਪ੍ਰਵਾਨੀ ਤੇ ਕਬੂਲੀ ਜਾਂਦੀ। ਸਤਿਗੁਰੂ ਰਹਿਮਤ ਕਰਨ, ਸਾਡੇ ਸਭਨਾਂ ਦੇ ਸਿਰਾਂ ਉੱਤੇ ਮਾਲਕ ਆਪ ਆਪਣਾ ਬਖਸ਼ਿਸ਼ ਭਰਿਆ ਹੱਥ ਰੱਖਣ। ਕਿਤੇ ਮਾਲਕ ਜੀ ਦੇ ਪ੍ਰੇਮ
ਔਰ ਨਿਰਮਲ ਭਾਉ ਵਿੱਚ ਰਹਿਣਾ ਸਾਨੂੰ ਵੀ ਆ ਜਾਏ। ਉਹਦੇ ਡਰ ਔਰ ਪ੍ਰੇਮ ਦਾ ਸ਼ਿੰਗਾਰ ਅਸੀਂ ਵੀ ਆਪਣੇ ਹਿਰਦਿਆਂ ਤੇ ਲਾਈਏ, ਤਾਂ ਜੋ ਉਸ ਸਾਹਿਬ ਦੇ ਦਰ ਉੱਤੇ ਉਸ ਗੁਰੂ ਦੀ ਬਖਸ਼ਿਸ਼ ਸਦਕਾ ਅਸੀਂ ਵੀ ਪ੍ਰਵਾਨੇ ਜਾਈਏ ਤੇ ਮਾਲਕ ਜੀ ਦੇ ਨਾਲ ਸਾਡਾ ਵੀ ਮਿਲਾਪ ਸਾਡੇ ਸਤਿਗੁਰੂ ਜੀ ਕਰਵਾ ਦੇਣ। ਤੇ ਮਾਲਕ ਅੱਗੇ ਅਰਦਾਸ ਕਰਦੇ ਰਿਹਾ ਕਰੀਏ, ਗੁਰੂ ਜੀ ਕਾ ਸ਼ੁਕਰਾਨਾ ਕਰਦੇ ਰਿਹਾ ਕਰੀਏ ਤੇ ਆਖਦੇ ਰਿਹਾ ਕਰੀਏ, ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ। ਭੂਲੇ ਮਾਰਗ ਜਿਨ ਹੈ ਬਤਾਇਆ, ਭੂਲੇ ਮਾਰਗ ਜਿਨ ਹੈ ਬਤਾਇਆ, ਐਸਾ ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ। ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਸਾਡੇ ਮਨਾਂ ਕਰਕੇ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ। ਪੈ ਪਾਏ ਸ਼ਿੰਗਾਰ ਬਣਾਏ, ਗੁਰ ਪ੍ਰਸਾਦੀ ਮਹਿਲ ਘਰ ਪਾਏ। ਅਨ ਦਿਨ ਸਦਾ ਰਵੈ ਦਿਨ ਰਾਤੀ, ਮਜੀਠੈ ਰੰਗ ਬਣਾਵੜਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।